गईयां सूझवान ते सियाणियां धीआं राणियां धीआं राणियां हिस्सा देश दी तरक्की विच पाउंदियां सुख मापियां दी सदा ही मनाउंदियां धीआं राणियां धीआं राणियां थानेदार डीसी बन गईयां जज ने काम कर भी करन भज भज के धीआं राणियां धीआं राणियां जित तमगे ने खेडां चो लिआउंदियां रेडां पाउंदियां ते जप्फे भी ने लाउंदियां धीआं राणियां धीआं राणियां नाल धीआं दे करो ना दुश्वारियां धीआं नाल जग तेन सरदारियां धीआं राणियां धीआं राणियां धीआं बिना चल सके संसार ना छड्डो धीआं ताई कुख विच मारना धीआं राणियां धीआं राणियां धीआं आन शान हर परिवार दी आवो करिए धीआं दा सत्कार जी धीआं राणियां धीआं राणियां हुण रहियां ना धीआं मर जाणियां बन गईयां सूझवान ते सियाणियां धीआं राणियां धीआं राणियां सो इन्हां धीआं वास्ते मेरियां वास्ते जोरदार एक बार तालियां जो मैं देखदा रात मच्छर ने तोड़ तोड़ खादा किहा भी मैं मित्रा न करी जा तू वादा पर हस हस हमले करदा रहा मारियां चपेड़ा भी मैं लगी ओदे एक ना मैं आपे मुंह ते खा के होके भरदा रहा मारियां चपेड़ा भी मैं लगी ओदे एक ना मैं आपे मुंह ते खा के होके भरदा रहा आल उठ लागे कीता होया परवंद सी करदा की काली बोली रात बत्ती बंद सी नेरे दा उठाया खूब मच्छर ने पैदा ओ नेरे दा उठाया खूब मच्छर ने पैदा खून चूसदा रहा मैं तां जरदा रहा मारियां चपेड़ा भी मैं लगी ओदे एक ना मैं आपे मुंह ते खा के होके भरदा रहा कदे गिट्टियां ते कदे कन्ना उत्ते बहिंदा सी बदले पता नहीं केड़े गेण गेण लैंदा सी कीता भी मुकाबला मैं चली मेरी पेशना ओ कीता भी मुकाबला मैं चली मेरी पेशना मैं सारी रात तिल तिल मरदा रहा मारियां चपेड़ा भी मैं लगी ओदे एक ना मैं आपे मुंह ते खा के होके भरदा रहा ओ सारी रात जाग के लड़ाई नींद आई ना झूठ नहीं दसिया को पम्मी सदाई ने मेहनत जो कीती तुसा रंग ओ ले आईए मिलने अनाम अज बच्चे ओ बधाईए मेहनत जो कीती तुसी रंग ओ ले आईए मिलने अनाम अज बच्चे ओ बधाईए जीवन दे विच तुसी ऐदां ही मल्ला मारियो सादगी दे विच रह के जीवन गुजारियो नेड़े भी ना जायो कदे भुल के बुराई दे मिलने अनाम अज बच्चे ओ बधाईए बनना है आन शान देश ते समाज दी करना है दूजियां दे दिलां उत्ते राज भी
ਬੋਲਣਾ ਨੇ ਝੂਠ ਪੱਲੇ ਬੰਨਣੀ ਸਚਾਈ ਏ ਮਿਲਣੇ ਇਨਾਮ ਅੱਜ ਬੱਚਿਓ ਵਧਾਈਏ ਔਰਾ ਸਾਹਿਬ ਜੀ ਨੇ ਨੁਕਤੇ ਜੋ ਸਮਝਾਉਣੇ ਆ ਆਪਣੇ ਮਨਾਂ ਦੇ ਵਿੱਚ ਤੁਸੀਂ ਉਹ ਬਸਾਉਣੇ ਆ ਇਹਨਾਂ ਵਾਂਗ ਕਰਨੇ ਨੇ ਕੰਮ ਜੋ ਦਨਾਈ ਦੇ ਮਿਲਣੇ ਇਨਾਮ ਅੱਜ ਬੱਚਿਓ ਵਧਾਈਏ ਭੁੱਲਿਓ ਨਾ ਕਦੇ ਕੀਤੇ ਕਿਸੇ ਦੇ ਆਸਾਨ ਨੂੰ ਦੇ ਕੇ ਅਸੀਸਾਂ ਜਾਇਓ ਸਾਰੇ ਤੁਸੀਂ ਮਾਨ ਨੂੰ ਭੁੱਲਿਓ ਨਾ ਕਦੇ ਕੀਤੇ ਕਿਸੇ ਦੇ ਆਸਾਨ ਨੂੰ ਦੇ ਕੇ ਅਸੀਸਾਂ ਜਾਇਓ ਸਾਰੇ ਤੁਸੀਂ ਮਾਨ ਨੂੰ ਖਾਤਰ ਤੁਹਾਡੀ ਜੇ ਨਾਰੀ ਤੇ ਚਲਾਈਏ ਮਿਲਣੇ ਇਨਾਮ ਅੱਜ ਬੱਚਿਓ ਵਧਾਈਏ ਪੰਮੀ ਨੂੰ ਬੁਲਾ ਤੁਹਾਡੇ ਕੀਤਾ ਸਨ ਮੁਖੇ ਮੁਫਤ ਸਲਾਹ ਵੀ ਦਿੰਦੇ ਵਿੱਚ ਦੁੱਖ ਸੁੱਖ ਦੇ ਮਾਣ ਤਾਣ ਦਿੰਦੇ ਇਹਨਾਂ ਦੀ ਇਹ ਵਡਿਆਈਏ ਮਿਲਣੇ ਇਨਾਮ ਅੱਜ ਬੱਚਿਓ ਵਧਾਈਏ ਮੰਚ ਤੇ ਆ ਬੈਠੇ ਜਿੰਨੇ ਹੋਰ ਵੀ ਪਿਆਰੇ ਨੇ ਤੁਹਾਨੂੰ ਇਹ ਆਸ਼ੀਰਵਾਦ ਦੇਣ ਆਏ ਸਾਰੇ ਨੇ ਸਤਿਕਾਰਯੋਗ ਸਾਡੇ ਸਭ ਤੋਂ ਸਾਡਾ ਪਰਿਵਾਰ ਆ ਬੀਬੀ ਗੁਰਮੀਤ ਕੌਰ ਜੀ ਸਰਦਾਰ ਪ੍ਰਕਾਸ਼ ਸਿੰਘ ਜੀ ਮੰਮੀ ਹੋਰਾਂ ਨੇ ਚੰਗਾ ਰੰਗ ਬੰਨ੍ਹਿਆ ਪਿਆਰੇ ਬੱਚਿਓ ਚੰਗਾ ਮੌਕਾ ਹੈ ਕਿ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਆਪਣੀ ਗੱਲ ਕਰਨ ਤੋਂ ਪਹਿਲਾਂ ਬਲਜਿੰਦਰ ਮਾਨ ਨੂੰ ਕਿਉਂਕਿ ਮੇਰੇ ਖਿਆਲ 'ਚ ਇਹਨਾਂ ਨੂੰ ਜਿਹੜਾ ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਮਿਲਿਆ ਉਸ ਤੋਂ ਬਾਅਦ ਪਹਿਲਾ ਇਕੱਠ ਹੋ ਰਿਹਾ ਜਿਹਦੇ 'ਚ ਮੈਂ ਸ਼ਾਮਲ ਹੋਇਆ ਉਹਦੇ ਲਈ ਬਹੁਤ ਵਧਾਈਆਂ ਔਰ ਇਹਨਾਂ ਦੇ ਸਿਰੜ ਤੇ ਸਿਦਕ ਨੂੰ ਉਹ ਭਾਗ ਲੱਗਿਆ ਜਿਹੜੀ ਗੱਲ ਚੰਗਾ ਲੱਗਾ ਇਹ ਕੁੜੀਆਂ ਕਿਤਾਬਾਂ ਲਿਖਤੀਆਂ ਇਸ ਉਮਰ 'ਚ ਲਿਖਤੀਆਂ ਕਿਤਾਬਾਂ ਦੀ ਮਸਾ ਇਸ ਚੱਲਦੀ ਹੈ ਕਿ ਕਿਹੜੀ ਉਮਰ 'ਚ ਲਿਖੀਆਂ ਪਰ ਮੈਂ ਕਈ ਵਾਰੀ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਮਾਂ ਬਾਪ ਤੁਹਾਨੂੰ ਪੜ੍ਹਾਉਂਦੇ ਆ ਉਹ ਤੁਹਾਨੂੰ ਰੋਟੀ ਰੋਜੀ ਲਈ ਆਰੇ ਲਾਉਂਦੇ ਆ ਜਿਹੜੇ ਕਈ ਬੰਦੇ ਪੜ੍ਹੇ ਨਹੀਂ ਮੈਂ ਜਦੋਂ ਸੁਭਾ ਸਿੰਘ ਉਹਨਾਂ ਨੂੰ ਮਿਲਿਆ ਅਧਰਿੱਤੇ ਮੈਂ ਛੋਟਾ ਸੀਗਾ ਮੈਨੂੰ ਜਿੰਨੀ ਕੁ ਸੂਝ ਸੀ ਮੈਂ ਉਹਨਾਂ ਦਾ ਸਵਾਲ ਕਰਨਾ ਸੀਗਾ ਮੈਂ ਕਿਹਾ ਤੁਸੀਂ ਕਿੰਨਾ ਪੜ੍ਹੇ ਹੋ ਉਹ ਕਹਿੰਦਾ ਸੁਭਾ ਸਿੰਘ ਨੂੰ ਪੜ੍ਹੇ ਲਿਖੇ ਕਰਕੇ ਨਹੀਂ ਜਾਣਦੇ ਸੁਭਾ ਸਿੰਘ ਨੂੰ ਰੰਗਾਂ ਤੇ ਗੁੱਟ ਕਰਕੇ ਜਾਣਦੇ ਇਸ ਕਰਕੇ ਮੈਂ ਸ਼ਰਮਿੰਦਾ ਹੋਇਆ ਕਿ ਮੈਨੂੰ ਸਵਾਲ ਨਹੀਂ ਕਰਨਾ ਚਾਹੀਦਾ ਸੀ ਜੇ ਤੁਸੀਂ ਆਸਥਾ ਰੱਖਦੇ ਹੋ ਵਾਹਿਗੁਰੂ 'ਚ ਤਾਂ ਵਾਹਿਗੁਰੂ ਨੇ ਹਰ ਇਨਸਾਨ ਦੇ ਅੰਦਰ ਇੱਕ ਗੁਣ ਪੈਦਾ ਕੀਤਾ ਰੋਟੀ ਖਾਣ ਲਈ ਵੀ ਕਈਆਂ ਦਾ ਉਹ ਵਿਕਸਿਤ ਹੋ ਜਾਂਦਾ ਅਤੇ ਕਈਆਂ ਦਾ ਵਿਕਸਿਤ ਹੋਣ ਦਾ ਮਾਹੌਲ ਨਹੀਂ ਪੈਦਾ ਹੁੰਦਾ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਕਿ ਮੈਂ ਪੜ੍ਹਿਆ ਕਿੰਨਾ ਹੈ ਉਹਨਾਂ ਨੂੰ ਇਹੀ ਪਤਾ ਵੀ ਅਜੀਤ ਲੇਖ ਲਿਖਦਾ ਜਾਂ TV 'ਤੇ ਕੰਮ ਕਰ ਲਿਆ ਜਾਂ ਰੇਡੀਓ 'ਤੇ ਕਰ ਲਿਆ ਜਾਂ ਬਾਹਰ ਕਰ ਲਿਆ ਕਿਉਂਕਿ ਉੱਧਰ ਨੂੰ ਲੋਕਾਂ ਦਾ ਧਿਆਨ ਹੀ ਨਹੀਂ ਹੈਗਾ ਗੁਰਦਾਸ ਮਾਨ ਦਾ ਕਿਸੇ ਨੂੰ ਪਤਾ ਨਹੀਂ ਕਿੰਨਾ ਪੜ੍ਹਿਆ ਹੋਣਾ ਮੋਦੀ ਦਾ ਪਤਾ ਹੈ ਇਹ ਜਿਹੜੇ ਨਾ ਤੁਸੀਂ ਅੱਖਰਾਂ ਦੀ ਖੇਡ ਹੈ ਮੈਂ ਤੁਹਾਨੂੰ ਅੱਖਰਾਂ ਦੀ ਖੇਡ ਦੀ ਗੱਲ ਦੱਸਾਂਗਾ ਮੈਂ ਜਿੰਨੀ ਦੁਨੀਆ ਦੇਖੀ ਆ ਆਪਣੀ ਨੌਕਰੀ ਨਾਲ ਨਹੀਂ ਵੇਖੀ ਪਹਿਲਾਂ ਇਹ ਹੈ ਮੈਂ ਕਿਸੇ ਵੀ ਐਮਬੈਸੀ 'ਚ ਕਦੀ ਆਪਣਾ ਅਧਿਆਪਕ ਹੋਣ ਦਾ ਰਿਕਾਰਡ ਨਹੀਂ ਪੇਸ਼ ਕੀਤਾ ਮੇਰੀ ਸਾਰੀ ਕਮਾਈ ਅੱਖਰਾਂ ਦੀ ਆ 32-33 ਦੇਸ਼ ਦੇਖ ਲੈਣੇ ਪੌਣੇ 200 ਤੋਂ ਵੱਧ ਵਾਰ ਜਹਾਜ਼ ਚੜ੍ਹ ਜਾਣਾ ਅਤੇ ਜਹਾਜ਼ ਉਤਰ ਜਾਣਾ ਇਹ ਸਿਰਫ ਅੱਖਰਾਂ ਕਰਕੇ ਆ ਜੇ ਤੁਹਾਨੂੰ ਇਹ ਆਰਟ ਮਿਲਿਆ ਰੋਟੀ ਖਾ ਲਓਗੇ ਕੋਈ ਟੀਚਰ ਲੱਗ ਜਾਏਗਾ ਕੋਈ ਹੋਰ ਕਲਰਕ ਲੱਗ ਜਾਏਗਾ ਕੋਈ ਹੋਰ ਇੰਜੀਨੀਅਰ ਬਣ ਜਾਏਗਾ ਪਰ ਜੇ ਸਮਾਜ 'ਚ ਸਤਿਕਾਰ ਲੈਣਾ ਤਦ ਤੁਹਾਡੇ ਅੰਦਰ ਜਿਹੜੀ ਕਲਾ ਹੈ ਉਹਨੂੰ ਵਿਕਸਿਤ ਕਰਦੇ ਕੋਈ ਪੇਂਟਰ ਹੈ ਕੋਈ ਆਰਟਿਸਟ ਹੈ ਕੋਈ ਗਾਉਂਦਾ ਬੜਾ ਅੱਛਾ ਕੋਈ ਬੋਲਦਾ ਬੜਾ ਅੱਛਾ ਕੋਈ ਲਿਖਦਾ ਬੜਾ ਅੱਛਾ ਪਰ ਜੇ ਤੁਹਾਨੂੰ ਬਲਜਿੰਦਰ ਮਾਨ ਹੋਰਾਂ ਨੇ ਪਲੇਟਫਾਰਮ ਦਿੱਤਾ ਨਿੱਕੀਆਂ ਕਰੋ ਬਣਾ ਜਰੀਏ ਤਾਂ ਇਹ ਤੁਹਾਡੇ ਲਈ ਧੰਨਭਾਗ ਹੈ ਕਿਉਂਕਿ ਮਾਲਪੁਰ ਦੀ ਧਰਤੀ ਨੂੰ ਚਾਹੇ ਅਸੀਂ ਅਮਰੀਕਾ ਰਹੀਏ ਚਾਹੇ ਕਿਤੇ ਰਹੀਏ ਸਿੱਧੇ ਢੰਗ ਨਾਲ ਯਾਦ ਬਹੁਤ ਰੱਖਦੇ ਕਿਉਂਕਿ ਅਸੀਂ ਇੱਥੇ ਮੇਲਾ ਲਾਉਂਦੇ ਰਹੀਏ ਸ਼ੌਂਕੀ ਮੇਲਾ ਚਾਹੇ ਹੋਰ ਲਿਟਰੇਰੀ
ਗਤੀਵਿਧੀਆਂ ਕਰਦੇ ਰਹੇ, ਚਾਹੇ ਬਾਲ ਮੇਲਾ ਲਾਉਂਦੇ ਰਹੇ। ਬਾਲ ਮੇਲੇ ਨੇ ਮਾਲਪੁਰ 'ਚ ਜਿੰਨੇ ਕਲਾਕਾਰ ਪੈਦਾ ਕੀਤੇ ਸੀ, ਮੈਂ ਕਹਿੰਦਾ ਹੈਰਾਨ ਸੀਗਾ ਕਿ ਪੂਰੇ ਪੰਜਾਬ 'ਚ ਨਹੀਂ ਹੋਏ। ਇੰਨੇ ਬੱਚਿਆਂ ਨੇ ਕਮਾਲ ਕੀਤੀ, ਜਿਹੜੀ ਉਹ ਕੱਲੇ ਕੱਲੇ ਦੇ ਚਿਹਰੇ ਯਾਦ ਹੈ ਮੈਨੂੰ ਹਾਲੇ ਤੱਕ। ਹਾਲਾਂਕਿ ਮੇਰੇ ਖਿਆਲ 'ਚ ਗੱਲ 25-30 ਸਾਲ ਪੁਰਾਣੀ ਆ। ਤੁਹਾਡੇ ਲਈ ਸ਼ੁਭ ਕਾਮਨਾਵਾਂ ਕਿ ਤੁਸੀਂ ਇੱਧਰ ਜੁੜੇ ਹੋ। ਬਹੁਤ ਸਾਰੀਆਂ ਹੁੰਦੀਆਂ, ਜਦੋਂ ਮੈਂ ਵੀ ਲੱਗਾ ਸੀਗਾ ਤੇ ਮੈਨੂੰ ਵੀ ਕਹਿੰਦੇ ਹੁੰਦੇ ਸੀ ਕਿ ਤੂੰ ਕੰਮ ਕਰ, ਜਿਹੜਾ ਪੜ੍ਹਦਾ ਇਹ ਕਿਹੜੇ ਕੰਮ ਹੈ। ਮੈਂ ਤਾਂ ਤੁਹਾਡੇ ਤੋਂ ਬਹੁਤ ਛੋਟਾ ਸੀ, ਮੈਂ 9ਵੀਂ 'ਚ ਪੜ੍ਹਦਾ ਸੀਗਾ ਜਦੋਂ ਅਖਬਾਰ 'ਚ ਛਪਣ ਲੱਗ ਪਿਆ, ਉਹ ਵੀ ਅਜੀਤ 'ਚ ਛਪਣ ਲੱਗ ਪਿਆ। ਤੇ 9ਵੀਂ ਪੜ੍ਹਦੇ ਬੱਚੇ ਨੂੰ ਤਾਂ ਪ੍ਰਸਤਾਵ ਨਹੀਂ ਲਿਖਣਾ ਹੁੰਦਾ ਜਿਹੜਾ ਕਿਤਾਬਾਂ 'ਚ ਹੁੰਦਾ, ਅਖਬਾਰ 'ਚ ਛਪਣਾ ਤਾਂ ਬਹੁਤ ਦੂਰ ਦੀ ਗੱਲ ਹੈ। ਪਰ ਤੁਹਾਡੇ ਅੰਦਰ ਇੱਕ ਲਗਨ ਹੋਣੀ ਚਾਹੀਦੀ ਹੈ ਕਿ ਕੁਛ ਨਾ ਕੁਛ ਬਣਨਾ ਹੈ। ਜਿਹੜੇ ਬੰਦੇ ਕਹਿੰਦੇ ਸੁਪਨੇ ਨਹੀਂ ਲੈਣੇ ਚਾਹੀਦੇ, ਸੁਪਨੇ ਲੈਣੇ ਚਾਹੀਦੇ ਆ, ਕਿਉਂਕਿ ਸੁਪਨੇ ਜ਼ਰੂਰ ਲਾਉਂਗੇ ਤੇ ਉਹਨਾਂ ਨੂੰ ਸਾਕਾਰ ਕਰਨ ਦਾ ਯਤਨ ਬੰਦਾ ਕਰਦਾ ਹੈ। ਜਿੱਥੋਂ ਤੱਕ ਲਿਖਣ ਦੇ ਨਾਲ ਨਾਲ ਨਾ ਪੜ੍ਹਨ ਦਾ ਸੋਰਸ ਵੀ ਜਿਹੜਾ ਆ ਉਹ ਆਪਣਾ ਉਨਾ ਹੀ ਬਣਾ ਕੇ ਰੱਖਣਾ ਚਾਹੀਦਾ, ਕਿਉਂਕਿ ਜੇ ਤੁਸੀਂ ਪੜ੍ਹੋਗੇ ਨਹੀਂ ਤੇ ਕਿੱਥੋਂ ਲਿਖੋਗੇ। ਇੱਕ ਚਾਹੇ ਗੱਡੀਆਂ ਟਾਟਾ ਦੀਆਂ, ਚਾਹੇ ਮਰਸਡੀਜ਼ ਦੀਆਂ, ਚਾਹੇ BMW ਆ, ਚਾਹੇ ਕੋਈ ਹੋਰ ਹੈ, ਉਹਨਾਂ ਦੇ ਆਪਣੇ ਮਾਰਕ ਹੀ ਨੇ, ਇਸ ਕਰਕੇ ਚੱਲਦੀਆਂ ਨੇ। ਜਿਹੜਾ ਲਿਖਣ ਕਲਾ ਆ, ਜਸਵੰਤ ਸਿੰਘ ਕੰਵਲ ਦੀ ਆਪਣੀ ਆ, ਸੰਤ ਸਿੰਘ ਸਿੱਖ ਹੋਰਾਂ ਦੀ ਆਪਣੀ ਰਹੀ ਆ, ਗੀਤ ਲਿਖਣ ਦੇ ਆਪਣੇ ਆਰਟ ਨੇ, ਆਪਣਾ ਰੰਗ ਲੈ ਕੇ ਆਓ। ਜਿਹੜੀ ਮੇਰੀ ਕਾਮਯਾਬੀ ਦਾ ਜਿੰਨਾ ਕੁ ਵੀ ਰਾਜ ਸੀਗਾ ਕਿ ਮੈਂ ਆਪਣੀ ਵਾਰਤਕ ਲੈ ਕੇ ਆਇਆ, ਮੈਂ ਆਪਣੇ ਢੰਗ ਦੀ ਵਾਰਤਕ ਲੈ ਕੇ ਆਇਆ। ਮੈਂ ਕਿਸੇ ਵਰਗੀ ਵਾਰਤਕ ਨਹੀਂ ਲਿਖਦਾ, ਮੈਂ ਆਪਣੇ ਵਰਗੀ ਲਿਖਦਾ। ਜਿਹੜਾ ਬੰਦਾ ਆਪਣੀ ਕੋਈ ਵੱਖਰਾਪਣ ਲੈ ਕੇ ਆਉਂਦਾ, ਉਹਨੂੰ ਲੋਕੀ ਭੱਜ ਕੇ ਪੜ੍ਹਦੇ ਆ। ਜਿਹੜੀ ਦੂਸਰੀ ਸਭ ਤੋਂ ਵੱਡੀ ਗੱਲ ਹੈ, ਪੰਮੇ ਹੁਣ ਗੀਤ ਸੁਣਾਉਂਦੇ ਸਮਝ ਲੱਗੀ ਜਾਂਦੀ ਸੀ ਮੱਛਰ ਜਿੱਦੇ ਹੁੰਦੀ ਆ। ਜਿਹੜੀ ਅਸੀਂ ਆਮ ਬੋਲੀ ਬੋਲਦੇ ਹਾਂ, ਜੇ ਉਹਦੇ 'ਚ ਸਾਹਿਤ ਜਿਹੜਾ ਜਿੰਨਾ ਵੀ ਸਾਹਿਤ ਲਿਖਿਆ ਗਿਆ, ਚਾਹੇ ਉਹ ਰਸੂਲ ਹਮਜ਼ਾ ਤੋਬ ਦੀ ਮੇਰਾ ਦਾਗਿਸਤਾਨ ਹੈ, ਚਾਹੇ ਕੋਈ ਹੋਰ ਕਿਤਾਬ ਹੈ, ਜਿਹੜੀ ਭਾਸ਼ਾ ਜਿਹੜੀ ਹੈ ਨਾ ਸਰਲ ਭਾਸ਼ਾ ਹੈ, ਉਹ ਚੰਗੀ ਲੱਗਦੀ ਹੈ। ਕਿਉਂਕਿ ਜਿਹੜੀ ਤੁਸੀਂ ਲਿਖਦੇ ਹੋ, ਉਹ ਟਰੱਕ ਡਰਾਈਵਰ ਨੇ ਵੀ ਪੜ੍ਹਨੀ ਹੈ, ਉਹ ਦੁਕਾਨਦਾਰ ਨੇ ਵੀ ਪੜ੍ਹਨੀ ਹੈ, ਉਹ ਡਾਕਟਰ ਵੀ ਪੜ੍ਹਦਾ, ਇੰਜੀਨੀਅਰ ਵੀ ਪੜ੍ਹਦਾ। ਜੇ ਉਹਦੇ 'ਚ ਗੁੰਝਲਦਾਰ ਹੈ, ਸਾਡੇ ਬਹੁਤੇ ਲੇਖਕ ਜਿਹੜੇ ਹਨ ਉਹ ਇਹ ਸਿੱਧ ਕਰਨ ਲੱਗੇ ਹੋਣ ਕਿ ਮੈਨੂੰ ਬਹੁਤ ਨੌਲੇਜ ਹੈ ਤੇ ਐਸੇ ਸ਼ਬਦ ਆ ਜਿਹੜੇ ਸ਼ਬਦਕੋਸ਼ ਚੋਂ ਪੰਜਾਬ ਦੇ ਪਾਠਕ ਜਿਹੜਾ ਆ ਉਹ ਪਰੇ ਕਰਦਾ, ਉਹ ਕਹਿੰਦਾ ਮੈਨੂੰ ਸਮਝ ਤਾਂ ਲੱਗਦੀ ਨਹੀਂ, ਤੈਨੂੰ ਪੜ੍ਹਨਾ ਕੀ ਹੈ। ਲੇਖਕ ਸਫਲ ਉਹ ਆ ਜਿਹੜਾ ਪਾਠਕ ਨੂੰ ਸ਼ੁਰੂ ਤੋਂ ਅਖੀਰ ਤੱਕ ਨਾਲ ਲੈ ਕੇ ਜਾਂਦਾ। ਐਕਚੁਅਲੀ ਲਿਖਣਾ ਕੀ ਆ? ਲਿਖਣਾ ਜਿਹੜੀ ਲਿਖਤ ਸਮਾਜ ਨੂੰ ਕੁਛ ਦਿੰਦੇ ਹੀ ਨਹੀਂ, ਉਸ ਲਿਖਣ ਦਾ ਫਾਇਦਾ ਕੀ ਹੈ? ਤੁਸੀਂ ਕੰਟਰੀਬਿਊਟ ਕੀ ਕਰ ਰਹੇ ਹੋ? ਹਰੇਕ ਬੰਦਾ ਚਾਹੁੰਦਾ ਕਿ ਮੈਂ ਜਿੱਧਰ ਨੂੰ ਜਾਵਾਂ ਮੈਨੂੰ ਸਲਾਮ ਹੋਣ, ਲੋਕੀ ਸਲੂਟ ਕਰਨ ਵੀ ਫਲਾਣਾ ਜਾ ਰਿਹਾ ਜਾਂ ਬੀਬੀ ਫਲਾਣੀ ਜਾ ਰਹੀ ਆ। ਸਮਾਜ ਉਹਨਾਂ ਲੋਕਾਂ ਨੂੰ ਸਲੂਟ ਕਰਦਾ ਜਿਹੜੇ ਸਮਾਜ ਨੂੰ ਕੁਛ ਦਿੰਦੇ। ਕੋਈ ਸਲੂਟ ਨਹੀਂ ਕਰਦਾ ਕਿਸੇ ਨੂੰ। ਸਲੂਟ ਤਾਂ ਕਰੋਗੇ, ਤਾਂ ਲੋਕ ਕਰਨਗੇ ਜੇ ਤੁਸੀਂ ਉਹਨਾਂ ਦੀ ਝੋਲੀ 'ਚ ਕੁਛ ਪਾਓਗੇ। ਇੱਕ ਬੰਦਾ ਫਕੀਰ ਟਾਈਪ ਸੀਗਾ, ਉਹ ਕਹਿੰਦਾ ਮੈਨੂੰ ਰਾਤ ਨੂੰ ਦਿਸਦਾ, ਕਹਿੰਦਾ ਮੈਨੂੰ ਰਾਤ ਨੂੰ ਵੀ ਸਾਰਾ ਕੁਝ ਦਿਸਦਾ। ਜਿਹੜਾ ਮੇਰੇ ਵਰਗਾ ਗਿਆਨੀ ਬੰਦਾ ਮੂਹਰੇ ਬੈਠਾ ਸੀਗਾ, ਉਹ ਕਹਿੰਦਾ ਫਿਰ ਤੂੰ ਰਾਤ ਨੂੰ ਲਾਲਟਨ ਕਾਹਤੇ ਨਾਲ ਲਈ ਹੁੰਦੀ ਹੈ? ਉਹ ਕਹਿੰਦਾ ਲਾਲਟਨ ਮੈਂ ਤਾਂ ਲਈ ਹੁੰਦੀ ਆ ਕਿ ਮੇਰੇ 'ਚ ਨਾ ਕੋਈ ਆ ਕੇ ਵੇਖੇ। ਵਾਹ। ਉਹ ਕਹਿੰਦਾ ਇਹ ਦੁਨੀਆ ਨੂੰ ਨਹੀਂ ਦੀਦਾ, ਸਾਰਿਆਂ ਨੂੰ ਥੋੜ੍ਹਾ ਦੀਦਾ। ਤੁਸੀਂ ਗਿਆਨਮਾਨ ਕਿੰਨੇ ਹੋ? ਇੱਕ ਕੀੜੀ ਵੀ ਮਤਲਬ ਛੋਟੀਆਂ ਸੀ, ਤੁਹਾਡੇ ਜਿਹੜੀਆਂ ਤੁਹਾਨੂੰ ਸਮਝ ਲੱਗਦੀਆਂ। ਤੇ ਕੀੜੀ ਇੱਕ ਉਹ ਵੀ ਜੰਗਲ 'ਚ ਰਹਿੰਦੀ ਸੀ, ਹਾਥੀ ਵੀ ਜੰਗਲ 'ਚ ਰਹਿੰਦਾ ਸੀਗਾ। ਤੇ ਕੀੜੀ ਨੇ ਸੋਚਿਆ ਵੀ ਹਾਥੀ ਤਾਂ ਮੈਨੂੰ ਕਦੀ ਬੁਲਾਉਂਦਾ ਹੀ ਨਹੀਂ, ਮਹਿਮਾਨ ਹੀ ਨਹੀਂ ਬੁਲਾਉਂਦਾ। ਉਹ ਕਹਿੰਦੀ ਆਪਾਂ ਆਪੇ ਹੀ ਚੱਲਦੇ ਹਾਂ। ਉਹਨੇ ਹਵਾ 'ਚ ਹਾਥੀ ਨੂੰ ਮੈਸੇਜ ਭੇਜਿਆ ਵੀ ਮੈਂ ਕੱਲ੍ਹ ਨੂੰ ਤੇਰੇ ਮਹਿਮਾਨ ਬਣ ਕੇ ਆਉਣਾ, ਵੀ ਜੇ ਤਾਂ ਤੂੰ ਜਵਾਬ ਦੇਤਾ ਵੀ ਨਾ ਆਈ ਤਾਂ ਮੈਂ ਨਾ ਆਊਂਗੀ, ਜੇ ਤੂੰ ਜਵਾਬ ਨਾ ਦਿੱਤਾ ਇਹਦਾ ਮਤਲਬ ਤੇਰਾ ਮੇਰਾ ਸੱਦਾ ਪ੍ਰਵਾਨ ਹੈ। ਉਹਨੇ ਹਾਥੀ ਨੂੰ ਨਹੀਂ ਪਤਾ ਕੀੜੀ ਨੇ ਕੀ ਕਿਹਾ, ਉਹ ਜਵਾਬ ਆਇਆ ਨਹੀਂ ਤੇ ਉਹ ਕਹਿੰਦੀ ਠੀਕ ਹੈ ਸੱਦਾ ਪ੍ਰਵਾਨ ਹੋ ਗਿਆ। ਉਹ ਕੀੜੀ ਚੱਲ ਗਈ, ਹਾਥੀ ਸੁੱਤਾ ਪਿਆ ਸੀ, ਉਹਦੇ ਕੰਨ 'ਚ ਵੜ ਗਈ। ਉਹ ਆਈ ਤਾਂ ਬੜੀ ਟੌਰ ਨਾਲ ਮਹਿਮਾਨ ਬਣ ਕੇ ਸੀਗਾ ਤੇ ਕੰਨ 'ਚ ਬਦਬੂ ਆ ਰਹੀ ਸੀ, ਜਿਹੜਾ ਲਿਕੁਇਡ ਜਿਹਾ ਸੀਗਾ, ਜੋ ਵੀ ਸਿੱਲਾ ਕੰਨ ਸੀਗਾ। ਉਹ ਮਹਿਮਾਨ ਆ ਕੇ ਫਸ ਗਈ ਵੀ ਹੁਣ ਮੈਂ ਅੰਦਰ ਉਹਨੂੰ ਸਾਹ ਨਾ ਆਵੇ। ਉਹ ਕਹਿੰਦੀ ਜੇ ਮੈਂ ਇੱਦਾਂ ਚੱਲ ਗਈ, ਹਾਥੀ ਨੇ ਕਹਿਣਾ ਆਈ ਵੀ ਬੜੀ ਟੌਰ ਨਾਲ ਸੀ, ਉੱਦਾਂ ਚੱਲ ਗਈ। ਉਹਨੇ ਹਾਥੀ ਨੂੰ ਫਿਰ ਛਟਕਾਰਾ ਪਾਉਣ ਲਈ ਉਹਨੇ ਹਾਥੀ ਨੂੰ ਫਿਰ ਹਵਾ 'ਚ ਮੈਸੇਜ ਦਿੱਤਾ ਵੀ ਮੇਰੇ ਬੱਚੇ ਪਿੱਛੇ ਇਕੱਲੇ ਆ ਤੇ ਮੈਂ ਜਾਣਾ ਆ, ਵੀ ਜੇ ਤੂੰ ਮੈਨੂੰ ਘੰਟੇ 'ਚ ਜਵਾਬ ਨਾ ਦਿੱਤਾ ਤਾਂ ਇਹਦਾ ਮਤਲਬ ਤੂੰ ਮੇਰੀ ਇਹ ਗੱਲ ਮੰਨ ਲਈ ਆ,
ਜੇ ਮੈਂ ਨਾ ਹੀ ਮੈਨੂੰ ਨਹੀਂ ਭੇਜਣਾ ਚਾਹੁੰਦਾ ਤਾਂ ਮੈਨੂੰ ਜਵਾਬ ਦੇ ਦੇ। ਹਾਥੀ ਦਾ ਸੁੱਤਾ ਪਿਆ ਸੀ, ਉਹ ਆਪਣੇ ਧਿਆਨ 'ਚ ਉਹਨੇ ਜਵਾਬ ਨਹੀਂ ਦਿੱਤਾ, ਕੀੜੀ ਚਲ ਗਈ। ਹਾਥੀ ਨੂੰ ਤਾਂ ਪਤਾ ਹੀ ਨਹੀਂ ਲੱਗਾ ਕੀੜੀ ਆਈ ਸੀ ਕਿ ਚਲੇ ਗਈ। ਇਹ ਦੁਨੀਆ ਨੂੰ ਇੱਕ ਵਹਿਮ ਹੀ ਤੁਰਿਆ ਫਿਰਦਾ ਵੀ ਮੈਂ ਇਸ ਧਰਤੀ ਤੇ ਪਤਾ ਨਹੀਂ ਕੀ ਆ। ਅਸੀਂ ਸਾਰੇ ਕੀੜੀਆਂ ਕੁੜੀਆਂ। ਜੇ ਤੁਸੀਂ ਆਪਣੀ ਹੋਂਦ ਬਣਾਉਣੀ ਆ, ਤੁਸੀਂ ਕੀੜੀ ਬਣਨਾ ਕਿ ਕੀ ਬਣਨਾ, ਠੀਕ ਹੈ ਨਾ। ਬਹੁਤ ਸਾਰੇ ਲੋਕੀ ਆਏ ਸੀ ਧਰਤੀ ਤੇ, ਉਹਨਾਂ ਨੇ ਖਾਧਾ ਖਾ ਕੇ ਸੌਂ ਗਏ। ਬਹੁਤੇ ਲੋਕਾਂ ਦਾ ਰੂਟੀਨ ਵਰਕ ਹੀ ਆ ਕਿ ਸਵੇਰ ਉੱਠੇ, ਖਾਧਾ, ਕੰਮ ਤੇ ਚਲ ਗਏ, ਆ ਕੇ ਫਿਰ ਖਾਧਾ, ਫਿਰ ਸੌਂ ਗਏ, ਫਿਰ ਉੱਠੇ। ਲੋਕਾਂ ਨੇ ਕੀ ਲੈਣਾ ਤੁਹਾਡੇ ਤੋਂ? ਤੁਸੀਂ ਕੀ ਕਰਦੇ? ਤੁਸੀਂ ਆਪਣੇ ਲਈ ਕਮਾ ਰਹੇ ਹੋ, ਆਪਣਾ ਟੱਬਰ ਪਾਲ ਰਹੇ ਹੋ। ਲੋਕਾਂ ਨੇ ਉਹਦੇ ਤੋਂ ਲੈਣਾ ਜਿਹਦੇ ਤੋਂ ਲੋਕਾਂ ਨੂੰ ਕੁਝ ਮਿਲਦਾ। ਸਾਹਿਤ ਜਿਹੜਾ ਨਾ, ਇਹਨੂੰ ਇੱਦਾਂ ਨਾ ਸਮਝੋ ਕਿ ਬਲਜਿੰਦਰ ਮਾਨ ਹੋਣਾ ਦੇ ਤੁਸੀਂ ਮੈਗਜ਼ੀਨ ਛਪ ਗਏ ਜਾਂ ਅਖਬਾਰ 'ਚ ਛਪ ਗਏ। ਇਹ ਅੱਖਰਾਂ ਦੀ ਖੇਡ ਇੰਨੀ ਵਧੀਆ ਆ ਕਿ ਜਿਹਦੇ 'ਚੋਂ ਕੁਛ ਵੀ ਤੁਸੀਂ ਹਾਸਲ ਕਰਨਾ ਉਹ ਕਰ ਸਕਦੇ ਹੋ, ਬਸ਼ਰਤੇ ਕਿ ਤੁਹਾਡੀ ਦੌੜ ਇਹ ਨਾ ਹੋਵੇ ਕਿ ਮੈਨੂੰ ਇਕੱਲੇ ਪੈਸੇ ਮਿਲਦੇ ਆ। ਜੋ ਕੁਛ ਮੈਨੂੰ ਮਿਲਿਆ ਉਹ ਪੈਸੇ ਵਾਲਿਆਂ ਨੂੰ ਨਹੀਂ ਮਿਲ ਸਕਦਾ। ਸੋ ਇਸ ਕਰਕੇ ਭਾਗਾਂ ਵਾਲੇ ਹੋ ਵੀ ਤੁਸੀਂ ਸਾਹਿਤ ਨਾਲ ਜੁੜੇ ਹੋ। ਔਰ ਦੂਜੀ ਚੰਗੀ ਗੱਲ ਹੈ ਕਿ ਤੁਹਾਨੂੰ ਜਿਹੜਾ ਬਲਜਿੰਦਰ ਮਾਨ ਹੋਣਾ ਨੇ ਇੱਕ ਵਧੀਆ ਮੰਚ ਦਿੱਤਾ। ਇੱਕ ਗੱਲ ਮੈਂ ਹੋਰ ਕਹੂੰਗਾ ਕਿ ਲਿਖਣ ਲਈ ਨਾ ਕੋਈ ਫਾਰਮੂਲਾ ਜ਼ਰੂਰ ਬਣਾ ਲਓ ਕਿ ਮੈਂ ਜ਼ਿੰਦਗੀ 'ਚ ਲਿਖਣਾ ਕੀ ਹੈ ਅਤੇ ਕਰਨਾ ਕੀ ਹੈ। ਜੇ ਕਹਾਣੀਆਂ ਲਿਖਣੀਆਂ ਤੇ ਕਹਾਣੀਆਂ ਕਿੱਦਾਂ ਦੀਆਂ ਲਿਖਣੀਆਂ। ਜੇ ਤੁਸੀਂ ਮੰਟੋ ਦੀਆਂ ਕਹਾਣੀਆਂ ਪੜ੍ਹਦੇ ਹੋ, ਬਲਵੰਤ ਗਾਰਗੀ ਨੂੰ ਪੜ੍ਹਦੇ ਹੋ। ਮੈਂ ਕੁੱਤਿਆਂ ਵਾਲੇ ਸਰਦਾਰ ਬੂਟਾ ਸਿੰਘ ਚਾਹਦਾ ਵੀ ਬਾਤ ਕਰਿਆ, ਭਾਵੇਂ ਉਹਨੂੰ ਬੁਰਾ ਭਲਾ ਕਹਿੰਦੇ ਰਹੇ ਕਿ ਉਹਨੂੰ ਚੰਗਾ ਨਹੀਂ ਲਿਖਦਾ, ਗਾਲਾਂ ਲਿਖਦਾ, ਹੋਰ ਕਰਦਾ, ਪਰ ਜਿਹੜੀ ਉਹਦੀ ਬੋਲੀ, ਜਿਹੜੀ ਉਹਦੀ ਸ਼ੈਲੀ ਸੀ, ਉਹਦੀ ਆਪਣੀ ਸੀ। ਜੇ ਤੁਸੀਂ ਸ਼ੈਲੀ ਵੱਲ ਤਵੱਕੋਂ ਦਿਓਗੇ ਤੁਹਾਨੂੰ ਲੱਗੇਗਾ ਕਿ ਬੂਟਾ ਸਿੰਘ ਸ਼ਾਦ ਵਰਗਾ ਕੋਈ ਲਿਖ ਹੀ ਨਹੀਂ ਸਕਦਾ। ਇੱਕ ਤਾਂ ਆਪਣੀ ਸ਼ੈਲੀ ਨੂੰ ਆਪ ਆਪ ਬਿਲਡ ਕਰੋ। ਦੂਸਰਾ ਹੈਗਾ ਕਿ ਹਰ ਗੱਲ ਨੂੰ ਕਹਿਣ 'ਚ ਬੜੀ ਸਰਲ ਭਾਸ਼ਾ ਰੱਖੋ। ਮੈਂ ਕਈ ਵਾਰੀ ਗੱਲ ਸੁਣਾਉਂਦਾ ਹੁੰਦਾ ਤੇ ਜੇ ਬੰਦਿਆਂ ਦੀਆਂ ਗੱਲਾਂ ਕਰਾਂਗੇ, ਮੈਂ ਕਿਸੇ ਦਾ ਨਾਂ ਲਊਂਗਾ, ਮੇਰੇ ਕੋਲ ਗੱਲ ਪਊਗਾ ਕਿ ਮੇਰਾ ਨਾਂ ਸੁੱਚਾ ਸਿੰਘ ਆ, ਮੇਰਾ ਨਾਂ ਰਾਮ ਲਾਲ ਹੈ, ਕਿ ਮੇਰਾ ਜ਼ਿਕਰ ਕਿਉਂ ਕਰਦਾ। ਇਸ ਕਰਕੇ ਕਈ ਵਾਰੀ ਮੈਂ ਜਾਨਵਰਾਂ ਪੰਛੀਆਂ ਦੀਆਂ ਉਦਾਹਰਨਾਂ ਦਿੰਦਾ, ਕਿਉਂਕਿ ਉਹਨਾਂ ਨੂੰ ਕਿਹੜਾ ਪਤਾ ਮੇਰੇ ਕਿਹੜਾ ਗੱਲ ਪੈਣਗੇ। ਵੀ ਪੰਛੀਆਂ ਦਾ ਇੱਕ ਸੁਭਾਅ ਆ ਵੀ ਜਿਹੜੇ ਚਿੜੀਆਂ ਨਾਲ ਉੱਡਦੀਆਂ ਨੇ, ਕਾਵਾਂ ਨਾਲ ਉੱਡਦੇ ਨੇ। ਤੁਸੀਂ ਕਦੇ ਵੀ ਨੋਟ ਕਰ ਲਿਓ ਵੀ ਚਿੜੀਆਂ ਨਾਲ ਕਾਂ ਨਹੀਂ ਹੋਣਗੇ ਅਤੇ ਘੁੱਗੀਆਂ ਨਾਲ ਕਬੂਤਰ ਨਹੀਂ ਹੋਣਗੇ। ਉਹ ਆਪਣੀ ਆਪਣੀ ਕੈਟੇਗਰੀ ਉਹਨਾਂ ਦੀ। ਜਿਵੇਂ ਚਿੜੀ ਇੱਕ ਅਸਮਾਨ 'ਚ ਉੱਡੀ ਜਾ ਰਹੀ ਸੀ ਅਤੇ ਉਹਦੇ ਪਿੱਛੇ ਕਾਂ ਆ ਰਿਹਾ ਸੀਗਾ। ਉਹ ਚਿੜੀ ਨੇ ਦੇਖਿਆ ਵੀ ਇਹ ਕਿਉਂ ਆ ਰਿਹਾ। ਉਹਨੇ ਚਿੜੀ ਨੇ ਉਹਨੂੰ ਪੁੱਛਿਆ ਵੀ ਤੂੰ ਕਿੱਧਰ ਨੂੰ। ਉਹ ਕਹਿੰਦੀ, ਕਾਂ ਕਹਿੰਦਾ ਵੀ ਤੂੰ ਥੱਲੇ ਦੋ ਚਿੜੇ ਗੱਲਾਂ ਕਰਦੇ ਸੀ। ਉਹ ਕਹਿੰਦਾ ਚਿੜੀ ਕੁੱਟਣੀ ਆ। ਉਹ ਕਹਿੰਦੀ ਫਿਰ ਤੇਰੀ ਕੀ ਪ੍ਰੋਬਲਮ ਹੈ। ਉਹ ਕਹਿੰਦਾ ਮੈਂ ਤਾਂ ਆਇਆ ਫਿਰ ਤੇਰੀ ਹਿਫਾਜ਼ਤ ਲਈ ਆਇਆ। ਉਹ ਕਹਿੰਦੀ ਲੁੱਚਿਆਂ ਦੀ ਹਿਫਾਜ਼ਤ ਨਾਲੋਂ ਸ਼ਰੀਫਾਂ ਦੀ ਕੁੱਟ ਚੰਗੀ ਆ। ਲੁੱਚਿਆਂ ਦੀ ਹਿਫਾਜ਼ਤ ਨਾਲੋਂ ਕਹਿੰਦੀ ਸ਼ਰੀਫਾਂ ਦੀ ਕੁੱਟ ਚੰਗੀ ਆ। ਕਹਿੰਦੀ ਮੈਨੂੰ ਤੇਰੀ ਨਹੀਂ ਲੋੜ ਹੈ। ਉਹ ਕਾਂ ਫਿਰ ਕਿਤੇ ਉਹ ਟੱਕਰ ਗਏ 2-3 ਹਫ਼ਤੇ ਬਾਅਦ ਤੇ ਉਹ ਚਿੜੀ ਕਹਿੰਦੀ ਵੱਡਾ ਬਣਿਆ ਫਿਰਦਾ, ਤੈਨੂੰ ਲੋਕ ਚੋਰ, ਠੱਗ, ਬੇਈਮਾਨ, ਚੀਟਰ, ਝੂਠਾ, ਗੱਪੀ, ਤੈਨੂੰ ਪਤਾ ਨਹੀਂ ਕੀ ਕੀ ਕਹਿੰਦੇ ਆ। ਉਹ ਕਹਿੰਦਾ ਤੈਨੂੰ ਕੀ ਪ੍ਰੋਬਲਮ ਹੈ। ਚਿੜੀ ਨੂੰ ਕਹਿੰਦਾ ਇਹ ਰੁਤਬੇ ਵੋਟਾਂ ਤੋਂ ਬਾਅਦ ਮਿਲਦੇ, ਸਾਨੂੰ ਕਹਿੰਦਾ ਇੱਦਾਂ ਹੀ ਮਿਲੇ ਹੋ ਆ। ਉਹ ਕਹਿੰਦਾ ਕਿਹੜੀ ਗੱਲ ਕਰਦੇ ਆ। ਉਹ ਚਿੜੀ ਉਹੀ ਚਿੜੀ ਕਿਤੇ ਦਰਖਤ 'ਤੇ ਚਿੜੇ ਨਾਲ ਬੈਠੀ ਸੀਗੀ ਅਤੇ ਉਸ ਘਰ ਦਾ ਮਾਲਕ ਸ਼ਾਮ ਨੂੰ ਆਇਆ। ਸਾਈਕਲ ਵੀ ਉਹਦੇ ਦਾ ਡਿੱਗ ਗਿਆ, ਨਸ਼ਾ ਪੀਤਾ ਹੋਇਆ। ਆਉਂਦਾ ਹੀ ਉਹ ਮੰਜੇ 'ਚ ਆ ਕੇ ਫਸ ਗਿਆ ਅਤੇ ਉਹਦੀ ਘਰ ਵਾਲੀ ਪਹਿਲੇ ਖਿਜੀ ਸੀ। ਉਹ ਅੰਦਰੋਂ ਆਈ, ਘੋਟਣਾ ਚੱਕੀ ਆਈ। ਉਹ ਕਹਿੰਦੀ ਵੀ ਚਿੜਿਆ ਜਾ, ਤੈਨੂੰ ਮੈਂ ਅੱਜ ਬੰਦਾ ਬਣਾਉਣਾ। ਉਹ ਚਿੜੇ ਨੇ ਕੰਨ ਚੱਕ ਲਏ। ਉਹ ਚਿੜਾ ਕਹਿੰਦਾ ਚਿੜੀ ਨੂੰ ਵੀ ਮੇਰਾ ਨਾਂ ਖਾਤਰ ਲੈਂਦੀ ਆ। ਉਹ ਕਹਿੰਦਾ ਵੀ ਆਪਣੇ ਆਪ ਨੂੰ ਇਹ ਚਿੜੀ ਸਮਝਦੀ, ਇਹਨੂੰ ਚਿੜਾ ਕਹਿੰਦੀ। ਉਹ ਚਿੜੀ ਕਹਿੰਦੀ ਚਿੜੀਆਂ ਸ਼ਰੀਫ ਹੁੰਦੀਆਂ, ਕੁੜੀਆਂ ਨੂੰ ਚਿੜੀਆਂ ਕਹਿੰਦੇ ਆ। ਇਹ ਚਿੜੀਆਂ, ਕੁੜੀ ਸ਼ਰੀਫ ਹੈ, ਇਹਨੂੰ ਤਾਂ ਚਿੜੀ ਉਹ ਆਪਣੇ ਆਪ ਨੂੰ ਸਮਝਦੀ ਆ। ਕਹਿੰਦੀ ਇਹ ਚਿੜਾ ਸ਼ਰਾਬ ਪੀ ਕੇ ਆਉਂਦਾ ਰੋਜ਼। ਕਹਿੰਦੀ ਇਹ ਘੋਟਣਾ ਨਾ ਮਾਰੂਗੀ, ਹੋਰ ਕੀ ਮਾਰੂਗੀ। ਇਹਨੂੰ ਤਾਂ ਕਹਿੰਦੀ ਚਿੜਾ ਕਹਿੰਦੇ ਆ।
ਉਹ ਕਹਿੰਦਾ ਬੰਦਿਆਂ ਨਾਲੋਂ 100 ਗੁਣੇ ਚੰਗੀਆਂ ਕਾਪੀਆਂ। ਹਰ ਚੀਜ਼ ਮਤਲਬ ਜਦੋਂ ਤੁਸੀਂ ਮੈਸੇਜ ਡਿਲੀਵਰ ਕਰੋਗੇ ਸੁਸਾਇਟੀ ਨੂੰ, ਗੱਲ ਚਿੜੀਆਂ ਦੀ ਨਹੀਂ ਹੈਗੀ ਜਾਂ ਚਿੜਿਆਂ ਦੀ ਨਹੀਂ ਹੈਗੀ, ਗੱਲ ਇਹ ਹੈਗੀ ਆ ਕਿ ਇਨਡਾਇਰੈਕਟ ਵੇ ਨਾਲ ਤੁਸੀਂ ਕਿਸੇ ਵੀ ਲੇਖ ਤੋਂ ਚਾਹੇ ਕਿਉਂਕਿ ਬੱਚਿਆਂ ਨੂੰ ਸਮਝ ਆ ਜਾਂਦੀ ਹੈ। ਜਿਹੜਾ ਬੰਦਾ ਚੰਗਾ ਬਾਲ ਸਾਹਿਤ ਲਿਖਣ ਲੱਗ ਪਿਆ ਨਾ, ਉਹ ਚੰਗਾ ਸਾਹਿਤਕਾਰ ਆਪਣੇ ਆਪ ਹੀ ਬਣ ਜਾਏਗਾ, ਕਿਉਂਕਿ ਸਭ ਤੋਂ ਔਖੀ ਗੱਲ ਬੱਚਿਆਂ ਨੂੰ ਸਮਝਾਉਣੀ ਹੁੰਦੀ ਹੈ। ਠੀਕ ਹੈ, ਸੋ ਇਸ ਕਰਕੇ ਜਿਹੜਾ ਹੈਗਾ ਜਿਸ ਲਾਈਨ 'ਚ ਤੁਸੀਂ ਲੱਗੇ ਹੋ ਵਧੀਆ ਗੱਲ ਹੈ। ਅਤੇ ਤੁਹਾਨੂੰ ਮੈਂ ਜ਼ਰੂਰ ਕਹੂੰਗਾ ਵੀ ਇਸ ਲਿਖਣ ਨੂੰ ਜ਼ਿੰਦਗੀ ਦਾ ਇੱਕ ਮਿਸ਼ਨ ਬਣਾ ਲਓ। ਬੜੀਆਂ ਪ੍ਰਾਪਤੀਆਂ ਨੇ ਜੇ ਤੁਸੀਂ ਲਗਨ ਨਾਲ ਕਰਦੇ ਹੋ। ਕਈ ਵਿਚਾਰੇ ਲਿਖਣਾ ਤਾਂ ਸ਼ੁਰੂ ਕੀਤਾ ਸੀਗਾ, ਫਿਰ ਜਦੋਂ ਮੈਂ ਲਿਖਣਾ ਮੈਂ ਪਹਿਲਾਂ ਛੋਟਾ ਹੁੰਦਾ ਛਪਣ ਲੱਗ ਪਿਆ ਤੇ ਮੈਨੂੰ ਕਹਿੰਦੇ ਸੀ ਕੋਈ ਗੱਲ ਨਹੀਂ, ਜਦੋਂ ਵਿਆਹ ਹੋ ਗਿਆ ਉਦੋਂ ਸਰ ਜਾਣਾ। ਫਿਰ ਵਿਆਹ ਵੀ ਹੋ ਗਿਆ, ਫਿਰ ਹੋਰ ਸਪੀਡ ਵੱਧ ਗਈ। ਫਿਰ ਕਹਿੰਦੇ ਜਦੋਂ ਕਬੀਲਦਾਰ ਹੋ ਗਿਆ ਉਦੋਂ ਪਤਾ ਲੱਗ ਜਾਊਗਾ। ਫਿਰ ਮੇਰੀ ਸਪੀਡ ਨਹੀਂ ਘਟੀ ਅਤੇ ਫਿਰ ਮੈਂ ਬਾਹਰ ਜਦੋਂ ਗਿਆ ਮੈਨੂੰ ਕਹਿੰਦੇ ਧਰਤੀ ਬਦਲ ਗਈ, ਅਮਰੀਕਾ ਜਾ ਕੇ ਕਿੱਦਾਂ ਲਿਖੂਗਾ। ਮੈਂ ਅਮਰੀਕਾ ਰਹਿ ਕੇ ਵੀ ਬਾਕੀਆਂ ਨੂੰ, ਇੱਥੇ ਵਾਲਿਆਂ ਨੂੰ ਵੀ ਜ਼ਿਆਦਾ ਕੰਮ ਕਰਨਾ। ਸੋ ਇਹ ਤੁਹਾਡੇ ਅੰਦਰ ਦੀ ਲਿਖਣ ਹੈ। ਤੁਹਾਨੂੰ ਇਹ ਨਹੀਂ ਫਰਕ ਪੈਂਦਾ ਵੀ ਜਗ੍ਹਾ ਬਦਲ ਗਈ, ਮੌਸਮ ਬਦਲ ਗਿਆ, ਐਟਮੋਸਫੀਅਰ ਚੇਂਜ ਹੋ ਗਿਆ। ਆਪਣੇ ਅੰਦਰ ਇੱਕ ਲਗਨ ਪੈਦਾ ਕਰਨੀ ਚਾਹੀਦੀ ਆ। ਅਤੇ ਲਗਨ ਦਾ ਸਿੱਟਾ ਬਲਜਿੰਦਰ ਮਾਨ ਹੁਣੀ ਇਸ ਪਿੰਡ 'ਚੋਂ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਇੱਥੇ ਤੱਕ ਬਾਲ ਸਾਹਿਤ ਪੁਰਸਕਾਰ ਲੈ ਲਿਆ, ਉਹ ਵੀ ਸਰਕਾਰ ਤੋਂ। ਅਪਰਾਧ ਤਾਂ ਕੋਈ ਕੰਮ ਕੀਤਾ ਹੋਊਗਾ। ਤਾਂ ਮੈਂ ਇੱਕ ਤੁਹਾਨੂੰ ਲਾਸਟ 'ਚ ਛੋਟੀ ਜਿਹੀ ਗੱਲ ਜਿਹੜੀ ਮੈਨੂੰ ਆਪਣੀ ਜ਼ਿੰਦਗੀ 'ਚ ਬਹੁਤ ਚੰਗੀ ਲੱਗਦੀ ਹੈ ਵੀ ਇੱਕ ਗੁਜ਼ਰੀਆਂ ਸਿਰ 'ਤੇ ਬੱਚਿਆਂ ਨੂੰ ਵੀ ਸਮਝ ਲੱਗਦੀ, ਵੱਡਿਆਂ ਨੂੰ ਸਮਝ ਲੱਗਦੀ। ਮੇਰੀ ਇੱਕ ਕਿਤਾਬ 2.5 ਕਿੱਲਾ ਉਹਦੇ 'ਚ ਹੈ ਅਤੇ ਗੁਜ਼ਰੀਆਂ ਨਾ ਸਿਰ 'ਤੇ ਮਟਕਾ ਲੈ ਕੇ ਜਾ ਰਹੀਆਂ। ਹਵਾ ਚੱਲ ਰਹੀ ਸੀ, ਦੁੱਧ ਦਾ ਮਟਕਾ ਸੀਗਾ। ਕਿਤੇ ਬਾਦਸ਼ਾਹ ਘੋੜਿਆਂ 'ਤੇ ਲੰਘ ਰਿਹਾ ਸੀ ਆਪਣੇ ਕਾਫਲੇ ਨਾਲ। ਉਹ ਘੋੜੇ ਵੀ ਤੇਜ਼ ਲੰਘੇ, ਹਵਾ ਵੀ ਚੱਲਦੀ ਸੀ, ਉਹਨਾਂ ਸਾਰੀਆਂ ਦੇ ਮਟਕੇ ਜਿਹੜੇ ਆ ਉਹ ਟੁੱਟ ਗਏ, ਠੀਕਰੀਆਂ ਹੋ ਗਿਆ ਅਤੇ ਦੁੱਧ ਡੁੱਲ ਗਿਆ। ਉਹ ਸਾਰੀਆਂ ਕੁੜੀਆਂ ਗੁਜ਼ਰੀਆਂ ਜਿਹੜੀਆਂ ਬੈਠ ਕੇ ਰੋਣ ਲੱਗ ਪਈਆਂ। ਇੱਕ ਹੱਸ ਰਹੀ ਸੀ। ਉਹ ਬਾਦਸ਼ਾਹ ਉਤਰਿਆ, ਉਹਨੇ ਉਹਨਾਂ ਤੋਂ ਸੌਰੀ ਫੀਲ ਕੀਤੀ ਜਾਂ ਕੁਛ ਵੀ ਕਹਿ ਲਓ, ਅਤੇ ਉਹਨਾਂ ਨੂੰ ਉਹਨੇ ਪੈਸੇ ਦਿੱਤੇ ਮਟਕਿਆਂ ਦੇ ਥੋੜ੍ਹੇ ਹੈ ਨਾ, ਕਿ ਮੇਰੇ ਕਰਕੇ ਤੁਹਾਡੇ ਮਟਕੇ ਟੁੱਟ ਗਏ। ਅਤੇ ਉਹ ਜਿਹੜੀ ਹੱਸ ਰਹੀ ਸੀ ਉਹਨੂੰ ਪੈਸੇ ਉਹ ਦੇਣ ਲੱਗਾ। ਉਹ ਕਹਿੰਦੀ ਮੈਨੂੰ ਨਹੀਂ ਚਾਹੀਦੇ, ਮੈਨੂੰ ਤੇਰੇ ਪੈਸੇ ਨਹੀਂ ਚਾਹੀਦੇ। ਉਹ ਕਹਿੰਦਾ ਬਾਕੀ ਰੋ ਰਹੀਆਂ ਨੇ, ਤੂੰ ਹੱਸ ਰਹੀਆਂ ਵੀ ਤੇਰਾ ਵੀ ਮਟਕਾ ਟੁੱਟਿਆ, ਤੇਰਾ ਵੀ ਦੁੱਧ ਡੁੱਲਿਆ, ਵੀ ਤੂੰ ਕਿਉਂ ਹੱਸ ਰਹੀ ਆ? ਉਹ ਕਹਿੰਦੀ ਆਮ ਖਾਸ ਗੱਲਾਂ ਆਮ ਲੋਕਾਂ ਨੂੰ ਨਹੀਂ ਦੱਸੀਦੀਆਂ। ਉਹ ਬਾਦਸ਼ਾਹ ਕਹਿੰਦਾ ਮੈਂ ਆਮ ਥੋੜ੍ਹਾ ਆ, ਮੈਂ ਬਾਦਸ਼ਾਹ ਆ। ਉਹ ਕਹਿੰਦੀ ਹੋਏਗਾ ਤੂੰ ਬਾਦਸ਼ਾਹ, ਪਰ ਤੂੰ ਮੇਰੇ ਵਰਗਾ ਖਾਸ ਨਹੀਂ ਹੈ। ਹੁਣ ਇੱਕ ਸਵਾਲ ਪੈਦਾ ਹੋ ਗਿਆ ਕਿ ਇੱਕ ਸਧਾਰਨ ਔਰਤ ਕਹਿ ਰਹੀ ਹੈ ਉਹਨੂੰ ਕਿ ਮੈਂ ਖਾਸ ਹੈ, ਤੂੰ ਆਮ ਹੈ। ਉਹ ਕਹਿੰਦਾ ਗੱਲ ਦੱਸ। ਉਹਨੇ ਆਪਣਾ ਜੋ ਵੀ ਕਾਫਲਾ ਰੋਕ ਲਿਆ। ਉਹ ਕਹਿੰਦੀ ਮੈਂ ਖੂਬਸੂਰਤ ਸੀ, ਮੇਰਾ ਘਰ ਵਾਲਾ ਖੂਬਸੂਰਤ ਸੀ, ਸਾਡਾ ਵਿਆਹ ਹੋ ਗਿਆ, ਸਾਡੇ ਬੇਟਾ ਹੋਇਆ। ਉਹ ਲਾਮ ਨੂੰ ਕੰਮ ਕਰਨ ਚਲੇ ਗਿਆ। ਬਾਦਸ਼ਾਹ ਬੇਈਮਾਨ ਸੀ, ਉਹ ਮੈਨੂੰ ਚੁੱਕ ਕੇ ਲੈ ਗਿਆ। ਉਹਨੇ ਮੈਨੂੰ ਰਖੇਲ ਬਣਾ ਕੇ ਰੱਖ ਲਿਆ। 20 ਸਾਲ ਮੈਨੂੰ ਮੇਰੇ ਘਰ ਵਾਲਾ ਜਦੋਂ ਮੁੜ ਕੇ ਆਇਆ ਅਤੇ ਉਹ ਮੈਨੂੰ ਆ ਕੇ ਉਹਨੂੰ ਪਤਾ ਲੱਗਾ ਕਿ ਮੇਰੀ ਵਾਈਫ ਨੂੰ ਬਾਦਸ਼ਾਹ ਚੁੱਕ ਕੇ ਲੈ ਗਿਆ। ਉਹ ਕਹਿੰਦਾ ਉਹਨੇ ਮੇਰੇ ਤੱਕ ਪਹੁੰਚ ਕੀਤੀ ਕਿ ਜੇ ਤਾਂ ਤੂੰ ਆਪਣੇ ਆਪ ਆਈ ਆ ਤਾਂ ਇੱਥੇ ਰਹਿ, ਜੇ ਤੈਨੂੰ ਬਾਦਸ਼ਾਹ ਚੁੱਕ ਕੇ ਲਿਆ ਤਾਂ ਮੈਨੂੰ ਦੱਸ। ਉਹ ਕਹਿੰਦੀ ਵੀ ਤੂੰ ਮੈਨੂੰ ਲੈ ਜਾ, ਮੈਂ ਇੱਥੇ ਮਹਿਲਾਂ 'ਚ ਨਹੀਂ ਰਹਿਣਾ, ਮੈਨੂੰ ਆਪਣੀ ਕੁੱਲੀ ਚੰਗੀ ਆ। ਪਰ ਉਹ ਕਹਿੰਦਾ ਲੈ ਕੇ ਕਿਵੇਂ ਜਾਊਂ? ਉਹ ਕਹਿੰਦੀ ਤੂੰ ਲੈ ਕੇ ਕਿਵੇਂ ਜਾਏਗਾ? ਬਾਦਸ਼ਾਹ ਕੋਲ ਫੌਜਾਂ ਨੇ, ਹੋਰ ਸਾਰਾ ਕੁਛ ਹੈ। ਫਿਰ ਉਹਨੇ ਸੋਚਿਆ ਕਿ ਬਾਦਸ਼ਾਹ ਮਹੀਨੇ 'ਚ ਇੱਕ ਦਿਨ ਜੰਗਲ 'ਚ ਰਾਤ ਕੱਟਣ ਜਾਂਦਾ। ਉਹ ਕਹਿੰਦੀ ਤੂੰ ਉੱਥੇ ਆ ਜੀ, ਇਹਦੇ ਹਥਿਆਰਾਂ ਨਾਲ ਇਹਦੀ ਧੌਣ ਵੱਢ ਦੇਈਂ। ਉੱਥੇ ਪਹੁੰਚ ਗਿਆ, ਉਹਨੇ ਬਾਦਸ਼ਾਹ ਦੀ ਤਲਵਾਰ ਨਾਲ ਹੀ ਸੁੱਤੇ ਪਏ ਦੀ ਧੌਣ ਵੱਢਤੀ ਅਤੇ ਉਹ ਆਪਣੀ ਘਰ ਵਾਲੀ ਨੂੰ ਲੈ ਕੇ ਤੁਰ ਗਿਆ ਰਾਤ ਨੂੰ। ਜਦੋਂ ਜਾ ਰਿਹਾ ਸੀਗਾ ਉਹਨਾਂ ਨੂੰ ਰਸਤੇ 'ਚ ਇੱਕ ਨਾਗ ਟੱਕਰ ਗਿਆ। ਉਹ ਰਸਤਾ ਰੋਕ ਲਿਆ ਉਹਨੇ। ਹੁਣ ਨਾਗ ਲੰਘਣ ਨਹੀਂ ਦਿੰਦਾ ਸੀ, ਘਰ ਵਾਲਾ ਸੀ। ਉਹ ਆਪਣੀ ਵਾਈਫ ਨੂੰ ਉਹਨੂੰ ਕਹਿੰਦਾ ਵੀ ਤੂੰ ਨਿਕਲ, ਮੈਂ ਇਹਦੇ ਨਾਲ ਨਾਗ ਬਣਨਾ ਵੇਖਦਾ। ਨਾਗ ਨੇ ਉਹਨੂੰ ਦੱਸ ਲਿਆ, ਉਹ ਬੰਦਾ ਉੱਥੇ ਮਰ ਗਿਆ। ਉਹ ਵਿਚਾਰੀ ਫਿਰ ਜੰਗਲ 'ਚ ਇਕੱਲੀ ਰਹੀ। ਉਹ ਕਹਿੰਦੀ ਮੈਂ ਜੰਗਲ 'ਚ ਇਕੱਲੀ ਰਹਿ ਗਈ ਅਤੇ ਫਿਰ ਡਾਕੂ ਆ ਗਏ। ਅਤੇ ਡਾਕੂ ਮਤਲਬ ਕੋਈ ਕਵੇ ਮੈਂ ਲੈ ਕੇ ਜਾਣਾ, ਕੋਈ ਕਵੇ ਉਹਨਾਂ ਦਾ ਡਾਕੂਆਂ ਦਾ ਸਰਦਾਰ ਕਹਿੰਦਾ ਵੀ ਡਾਕੂਆਂ ਵਾਲਾ ਸਿਧਾਂਤ ਸਮਝੋ, ਪੂਰਾ ਕਰੋ ਵੀ ਅਸੀਂ ਇਸ ਕੁੜੀ ਨੂੰ ਲੈ ਕੇ ਜਾਣਾ, ਇਹਨੂੰ ਕਿਸੇ ਨੇ ਨਹੀਂ ਲੈ ਕੇ ਜਾਣਾ, ਅਸੀਂ ਇਹਨੂੰ ਵੇਚ ਦੇਣਾ। ਉਹਨਾਂ ਨੇ ਵੇਚ ਦਿੱਤਾ। ਉੱਥੋਂ ਉਹ ਇੰਨਾ ਜਦੋਂ ਵੇਚ ਦਿੱਤਾ ਉਹ ਵਿਚਾਰੀ ਤੰਗ ਹੋ ਗਈ।
ਉਹਨੇ ਸੋਚਿਆ ਇਹਦੇ ਨਾਲੋਂ ਮਰ ਜਾਣਾ ਚਾਹੀਦਾ। ਉਹ ਕਹਿੰਦੀ ਮੈਂ ਆਪ ਹੀ ਸਮੁੰਦਰ ਦੇ ਕੰਢੇ ਗਈ, ਉੱਥੇ ਚਿਖਾ ਚਣ ਲਈ, ਤੇ ਚਿਖਾ 'ਤੇ ਮੈਂ ਲੰਮੀ ਪੈ ਕੇ ਜਦੋਂ ਅੱਗ ਲਾਉਣ ਲੱਗੀ, ਕਹਿੰਦੀ ਇੰਨਾ ਤੂਫਾਨ ਆਇਆ ਮੈਨੂੰ ਸਣੇ ਚਿਖਾ ਕੇ ਦਰਿਆ 'ਚ ਸਿੱਟਤਾ, ਸਮੁੰਦਰ ਸਿੱਟਤਾ। ਮੈਂ ਰੁੜੀ ਜਾਂਦੀ ਸੀਗੀ ਤੇ ਮੂਹਰੇ ਧੋਬੀ ਕੱਪੜੇ ਧੋਂਦੇ ਸੀ, ਉਹਨੇ ਦੇਖਿਆ ਕੋਈ ਔਰਤ ਜਾ ਰਹੀ ਆ, ਉਹਨੇ ਮੈਨੂੰ ਬਾਹਰ ਕੱਢ ਲਿਆ। ਉਹ ਕਹਿੰਦੀ ਧੋਬੀ ਇੱਕ ਵਿਆਹ ਨਹੀਂ ਸੀ, ਉਹ ਕਹਿੰਦੇ ਇਹਦੇ ਨਾਲ ਤੋਰ ਦਿਓ। ਉਹ ਕਹਿੰਦੀ ਬੁੱਢਾ ਧੋਬੀ ਮੈਨੂੰ ਲੈ ਗਿਆ। ਉਹ ਕਹਿੰਦੀ ਗੁੱਜਰਾਂ ਤੋਂ ਦੁੱਧ ਲਿਆਉਂਦਾ ਸੀਗਾ, ਉਹ ਮਰ ਗਿਆ, ਗੁੱਜਰਾਂ ਦੇ ਪੈਸੇ ਨਹੀਂ ਦਿੱਤੇ, ਗੁੱਜਰ ਕਹਿੰਦੇ ਸਾਨੂੰ ਇਹ ਔਰਤ ਦੇ ਦਿਓ। ਉਹ ਕਹਿੰਦੀ ਮੈਨੂੰ ਗੁੱਜਰ ਲੈ ਗਏ, ਮੈਂ ਗੁੱਜਰੀ ਨਹੀਂ ਸੀ। ਕਹਿੰਦੀ ਗੁੱਜਰ ਲੈ ਗਏ, 2 ਸਾਲ ਹੋ ਗਏ, ਗੁੱਜਰ ਵੀ ਮਰ ਗਿਆ। ਕਹਿੰਦੀ ਮੈਂ 2 ਪਸ਼ੂ ਰੱਖੇ ਹੋਆ, ਮੈਂ ਦੁੱਧ ਚੋਣੀ ਆ ਤੇ ਸ਼ਹਿਰ 'ਚ ਦੇਣ ਜਾਂਦੀ ਹਾਂ। ਉਹ ਕਹਿੰਦੀ ਜੇ ਮੇਰਾ ਮਟਕਾ ਟੁੱਟ ਗਿਆ ਤੇ ਦੁੱਧ ਡੁੱਲ ਗਿਆ ਫਿਰ ਕੀ ਹੋਇਆ? ਕਹਿੰਦੀ ਮੇਰਾ ਜ਼ਿੰਦਗੀ 'ਚ ਬਚਿਆ ਕੀ ਹੈ? ਕਹਿੰਦੀ ਬਚਿਆ ਕੀ ਹੈ? ਦੁੱਧ ਤੋਂ ਕਾਹਤੇ ਰੋਣਾ? ਇਹ ਤਾਂ ਕੁਝ ਵੀ ਨਹੀਂ ਗੱਲ ਹੈ ਕਿ ਦੁੱਧ ਤਾਂ ਕੱਲ੍ਹ ਨੂੰ ਹੋਰ ਆ ਜੂ, ਮਟਕਾ ਹੋਰ 2 ਟਕੇ ਦਾ ਆ ਜੂਗਾ। ਉਹ ਕਹਿੰਦੀ ਤੂੰ ਤੇ ਸਧਾਰਨ ਬੰਦਾ। ਬਾਦਸ਼ਾਹ ਨੂੰ ਕਹਿੰਦੀ ਤੇਰੀ ਜ਼ਿੰਦਗੀ 'ਚ ਕੀ ਆ? ਤੇਰੇ ਕੋਲ ਲਾਮ ਲਸ਼ਕਰ ਹੈ, ਤੇਰੇ ਕੋਲ ਪੈਸੇ ਆ, ਤੂੰ ਤਾਂ ਕਹਿੰਦੀ ਆਮ ਬੰਦਾ, ਤੇਰੇ ਕੋਲ ਤੂੰ ਕੀ ਆ? ਮੈਂ ਖਾਸ ਔਰਤ। ਗੱਲਾਂ ਹਰ ਬੰਦਾ ਜਿਹੜਾ ਸਮਾਜ 'ਚ ਨਾ, ਐਵੇਂ ਕੋਈ ਰਾਜਨੀਤਿਕ ਬੰਦਾ, ਮੈਂ ਕਿਸੇ ਦੀ ਗੱਲ ਤਾਂ ਨਹੀਂ ਕਰਦਾ, ਤੁਸੀਂ ਹਮੇਸ਼ਾ ਖਾਸ ਰਹੋਗੇ। ਇਸ ਗੱਲ ਨੂੰ ਧਿਆਨ 'ਚ ਰੱਖੋ। ਜਿਹੜਾ ਬੰਦਾ ਲਿਖਦਾ, ਜਿਹਦੇ ਕੋਲ ਲਿਖਣ ਦੀ ਕਲਾ, ਜਿਹਨੂੰ ਗੱਲ ਕਹਿਣੀ ਆਉਂਦੀ ਆ, ਜਿਹਨੂੰ ਕਿਤੇ ਬੋਲਣਾ ਆਉਂਦਾ, ਜਿਹਨੂੰ 4 ਬੰਦਿਆਂ ਨੂੰ ਸਮਝਾਉਣਾ ਆਉਂਦਾ, ਉਹ ਜਿਨ੍ਹਾਂ ਤੁਸੀਂ ਪੁਰਾਣਾ ਇਤਿਹਾਸ ਪੜ੍ਹੋਗੇ, ਪੁਰਾਣੀਆਂ ਕਿਤਾਬਾਂ ਪੜ੍ਹੋਗੇ, ਤੁਹਾਨੂੰ ਸਮਝ ਲੱਗੇਗੀ ਕਿ ਕੋਈ ਨਾ ਕੋਈ ਜ਼ਿੰਦਗੀ 'ਚ ਕੰਮ ਕਰਨਾ ਚਾਹੀਦਾ। ਸੁਕਰਾਤ ਦਾ ਨਾਂ ਤੁਸੀਂ ਸਾਰਿਆਂ ਨੇ ਸੁਣਿਆ। ਏਥਨਜ਼ ਮੈਂ ਗਿਆ ਗ੍ਰੀਸ ਦੇ ਵਿੱਚ। ਏਥਨ 'ਚ ਇੱਕ ਪੁਰਾਣਾ ਕਿਲ੍ਹਾ, ਜਿਹੜੇ ਸਮਝਦੇ ਆ, ਜਿਨ੍ਹਾਂ ਨੇ ਲਿਟਰੇਚਰ ਪੜ੍ਹਿਆ, ਹਿਸਟਰੀ ਪੜ੍ਹੀ ਆ, ਉੱਥੇ ਜਾਣਾ ਚੰਗਾ ਸਮਝਿਆ। ਸੁਕਰਾਤ ਨੂੰ ਜਦੋਂ ਸਜ਼ਾ ਸੁਣਾਈ, ਉੱਥੇ ਇੱਕ ਉਸ ਜਿਹੜਾ ਕਿਲ੍ਹਾ ਹੈ ਨਾ, ਉਹਦੀਆਂ ਕੰਧਾਂ 'ਤੇ, ਕਿਉਂਕਿ ਜਦੋਂ ਅਸੀਂ ਛੋਟੇ ਪੜ੍ਹਦੇ ਸੀ ਸਾਨੂੰ ਉੱਦਾਂ ਦਾ ਪਤਾ ਨਹੀਂ ਸੀ ਕਿ ਅਸੀਂ ਗ੍ਰੀਕੋ ਰੋਮਨ ਪੜ੍ਹਦੇ ਸੀ ਨਾ, ਹੁਣ ਪਤਾ ਲੱਗਾ ਕਿ ਗ੍ਰੀਕੋ ਰੋਮਨ ਕੀ ਸੀ। ਗ੍ਰੀਸ ਨੇ ਬੜਾ ਰਿਚ ਕਲਚਰ ਦਿੱਤਾ ਦੁਨੀਆ ਨੂੰ, ਪਰ ਗ੍ਰੀਸ ਨੇ ਸਿਕੰਦਰ ਪੈਦਾ ਕੀਤਾ ਤੇ ਸੁਕਰਾਤ ਪੈਦਾ ਕੀਤਾ। ਗ੍ਰੀਸ ਨੂੰ ਇਹ ਚੁਰਾਇਆ ਕਿ ਅਸੀਂ ਸੁਕਰਾਤ ਵਰਗਾ ਵਿਦਵਾਨ ਬੰਦਾ ਹੱਥੀ ਮਾਰ ਲਿਆ। ਸੁਕਰਾਤ ਨੂੰ ਉੱਥੇ ਜਿਹੜੀ ਕਹਾਣੀ ਲਿਖੀ ਹੋਈ ਹੈ ਕਿ 500 ਜੱਜਾਂ ਦਾ ਪੈਨਲ ਸੀ। ਆਮ ਤੌਰ 'ਤੇ ਜਸਟਿਸ ਇਨਸਾਫ ਦੇਣ ਲਈ 2-3 ਜੱਜ ਬਣਾਏ ਜਾਂਦੇ ਆ ਨਾ, ਵੀ 3 ਜੱਜ ਬਿਠਾਤੇ। 500 ਜੱਜਾਂ ਦਾ ਪੈਨਲ ਸੀ ਜਿਨ੍ਹਾਂ ਨੇ ਸੁਕਰਾਤ ਨੂੰ ਜ਼ਹਿਰ ਪਿਲਾਉਣ ਦੀ ਸਜ਼ਾ ਸੁਣਾਈ। ਤੇ ਜਦੋਂ ਉਹਨੂੰ ਸਜ਼ਾ ਸੁਣਾਈ ਤੇ ਉਹ ਹੱਸ ਪਿਆ। ਹੁਣ ਜੱਜ, ਚੀਫ ਜਸਟਿਸ ਜਿਹੜਾ ਮੁੱਖ ਜੱਜ ਸੀ, ਉਹ ਗੁੱਸੇ 'ਚ ਆ ਗਿਆ ਕਿ ਤੈਨੂੰ ਅਸੀਂ ਮੌਤ ਦੀ ਸਜ਼ਾ ਸੁਣਾ ਰਹੇ ਹਾਂ ਤੇ ਤੂੰ ਦੰਦ ਕੱਢ ਰਿਹਾ। ਉਹ ਕਹਿੰਦਾ ਹੱਸ ਮੈਂ ਤਾਂ ਰਿਹਾ, ਕਹਿੰਦਾ ਮੈਂ ਮਰ ਫਿਰ ਵੀ ਜਾਣਾ ਸੀ 2-4 ਸਾਲਾਂ ਨੂੰ। ਕਹਿੰਦਾ ਤੁਹਾਡੇ ਮੱਥੇ 'ਤੇ ਲੱਗਾ ਹੋਇਆ ਕਲੰਕ ਕਦੇ ਨਹੀਂ ਲੱਥਣਾ ਵੀ ਤੁਸੀਂ ਸੁਕਰਾਤ ਨੂੰ ਜ਼ਹਿਰ ਦੇ ਕੇ ਮਰਿਆ ਸੀ। ਗ੍ਰੀਸ ਦੀ ਸਰਕਾਰ ਨੇ 100 ਵਾਰੀ ਮਾਫੀ ਮੰਗ ਲਈ, ਪਰ ਉਹਨਾਂ ਦੇ ਮੱਥੇ ਤੋਂ ਕਲੰਕ ਨਹੀਂ ਲੱਥਾ। ਸੁਕਰਾਤ ਨੂੰ ਜਦੋਂ ਜ਼ਹਿਰ ਪਿਲਾਉਣੀ ਸੀ, ਉਹਨੂੰ ਸਮਝਾਇਆ ਜਾ ਰਿਹਾ ਸੀਗਾ ਵੀ ਤੂੰ ਇੱਦਾਂ ਪਹਿਲਾਂ ਜ਼ਹਿਰ ਪੀਣੀ ਆ, ਫਿਰ ਤੁਰਨਾ, ਫਿਰ ਪੀਣੀ ਆ। ਉਹ ਕਹਿੰਦਾ ਐਡੇ ਪੰਗੇ ਕਾਹਦੇ ਕਰਨੇ, ਲਿਆਓ ਜ਼ਹਿਰ ਦਾ ਪਿਆਲਾ। ਉਹਨੂੰ ਕਹਿੰਦੇ ਕਾਲ ਕੋਠੜੀ ਤੋਂ ਜਿੱਥੇ ਜ਼ਹਿਰ ਪਿਲਾਉਣੀ ਸੀ ਉੱਥੇ ਤੱਕ ਤੈਨੂੰ ਸਵਾਰੀ ਦਿੱਤੀ ਜਾਊਗੀ। ਉਹ ਕਹਿੰਦਾ ਮੈਂ ਪੈਦਲ ਜਾਊਂਗਾ। ਉਹਨੂੰ ਪਿਆਲਾ 3 ਕਿਸ਼ਤਾਂ 'ਚ ਪੀਣਾ ਸੀ, ਉਹਨੂੰ ਇੱਕੋ ਵਾਰੀ ਪੀ ਲਿਆ। ਹੈਰਾਨੀ ਦੀ ਗੱਲ ਇਹ ਸੀ ਕਿ ਸੁਕਰਾਤ ਮਰਨ ਵਾਲਾ ਅੰਦਰ ਹੱਸ ਰਿਹਾ ਸੀਗਾ ਤੇ ਸਾਰਾ ਜੁਨਾਨ ਬਾਹਰ ਰੋ ਰਿਹਾ ਸੀ, ਇਹਨੂੰ ਮਰਨਾ ਚਾਹੀਦਾ। ਇਸ ਕਰਕੇ ਜਿਹੜੇ ਲੋਕ ਹੈ, ਜਿਨ੍ਹਾਂ ਨੂੰ ਅਸੀਂ ਸੈਲੀਬ੍ਰਿਟੀ ਕਹਿੰਦੇ ਹਾਂ ਜਾਂ ਕੁਛ ਵੀ ਆ, ਆਫਟਰ ਆਲ ਉਹਨਾਂ ਦੀ ਕੋਈ ਕੰਟਰੀਬਿਊਸ਼ਨ ਹੈਗੀ ਆ। ਸੋ ਤੁਸੀਂ ਸਾਹਿਤ ਸਭ ਤੋਂ ਵੱਡੀ ਸੁਸਾਇਟੀ ਨੂੰ ਕੰਟਰੀਬਿਊਸ਼ਨ ਹੈ। ਇੱਕ ਗੱਲ ਹੋਰ ਹੈ ਕਿ ਸਾਡਾ ਸਮਾਜ ਜਿਹੜਾ ਟੁੱਟ ਰਿਹਾ, ਸਾਡਾ ਸੁਭਾਅ ਬਦਲ ਰਿਹਾ, ਅਸੀਂ ਸਵਾਰਥੀ ਹੋ ਰਹੇ ਹਾਂ। ਅਸੀਂ ਇਸ ਕਰਕੇ ਹੋ ਰਹੇ ਹਾਂ ਕਿਉਂਕਿ ਅਸੀਂ ਕਿਤਾਬਾਂ ਪੜ੍ਹਨ ਤੋਂ ਦੂਰ ਬਹੁਤ ਚੱਲੇ। ਜਹਾਜ਼ ਦਾ ਸਫ਼ਰ ਕਰਕੇ ਵੇਖਿਓ, ਜੇ 100 ਬੰਦਾ ਜਹਾਜ਼ 'ਚ ਬੈਠਾ, ਜੇ 90 ਗੋਰੇ ਆ ਤੇ 90 ਹੀ ਜਾਂ ਤਾਂ ਲੈਪਟਾਪ 'ਤੇ ਕੰਮ ਕਰਦੇ ਆ ਜਾਂ ਕਿਤਾਬ ਪੜ੍ਹਦੇ ਆ, ਚੰਗੀ ਕਿਤਾਬ ਪੜ੍ਹਦੇ ਆ। ਉਹਨਾਂ ਦਾ ਲਿਟਰੇਚਰ ਉਹਨਾਂ ਦੀ ਭਾਸ਼ਾ 'ਚ ਬੜਾ ਸਰਲ ਲਿਖਿਆ ਹੋਇਆ। ਜੇ ਸਾਡੇ ਬੰਦੇ 10 ਬੈਠੇ ਆ, ਉਹਨਾਂ 'ਚੋਂ 8 ਨੇ ਸ਼ਰਾਬ ਪੀਤੀ ਹੋਈ ਆ, ਜਿਹੜੇ 2 ਆ ਸੁੱਤੇ ਪਏ। ਤੁਸੀਂ ਕਿਵੇਂ ਗੱਲ ਕਰਦੇ, ਉਹਨਾਂ ਨਾਲ ਰਲ ਕਿਵੇਂ ਸਕਦੇ? ਸੋ ਇਸ ਕਰਕੇ ਅਸੀਂ ਕਿਤਾਬਾਂ ਨਹੀਂ ਪੜ੍ਹਦੇ। ਕਿੰਨਿਆਂ ਕੁ ਲੋਕਾਂ ਨੇ ਕਾਲੀਦਾਸ ਨੂੰ ਪੜ੍ਹ ਲਿਆ, ਕਿੰਨਿਆਂ ਕੁ ਲੋਕਾਂ ਨੇ ਸੁਕਰਾਤ ਨੂੰ ਪੜ੍ਹ ਲਿਆ। ਅਸੀਂ ਤੇ ਰਸੂਲ ਹਮਜ਼ਾ ਤੋਪ ਦੀਆਂ ਗੱਲਾਂ ਕਰਦੇ ਹਾਂ, ਪੜ੍ਹੀ ਉਹ ਵੀ ਨਹੀਂ ਸਾਰਿਆਂ ਨੇ ਮੇਰਾ ਦਾਗਿਸਤਾਨ। ਸੋ ਪੜ੍ਹਨ ਦੀ ਆਦਤ ਜਿਹੜਾ ਸਾਹਿਤਕਾਰ ਹੈ, ਘੱਟੋ ਘੱਟ ਉਹਨੂੰ ਤਾਂ ਹੋਣੀ ਚਾਹੀਦੀ ਹੈ।
ਬਲਜਿੰਦਰ ਮਾਨ ਲਿਖੇ ਫਿਰ ਬਹੁਤ ਸਾਰੀਆਂ ਮੁਬਾਰਕਾਂ। ਸਾਡੀ ਬੀਬੀ ਗੁਰਮੀਤ ਕੌਰ ਹੁਣੀ ਆਉਂਦੇ ਆ, ਬੱਗਾ ਸਿੰਘ ਹੁਣੀ ਸਾਡੇ ਨਾਲ। ਇਹ ਤਾਂ ਇੱਦਾਂ ਦੇ ਹੀ ਆ, ਜਦੋਂ ਅਸੀਂ ਮਾਲਪੁਰ 'ਚ ਆਏ ਸੀ 80 ਕਿੰਨੇ 75 80 'ਚ ਆਇਆ ਸੀ ਮੈਂ, ਅਤੇ ਉਦੋਂ ਵੀ ਇੱਦਾਂ ਦੇ ਸੀ। ਸਗੋਂ ਹੁਣ ਦਾੜੀ ਚਿੱਟੀ ਸੋਹਣੀ ਲੱਗਣ ਲੱਗ ਪਈ, ਲਾਲ ਪੱਗ ਹੈ ਇਹਦਾ। ਸੋ ਹੋਰ ਕੋਈ ਗੱਲ ਕਿਸੇ ਨੇ, ਜਿੱਦਾਂ ਕੁੜੀਆਂ ਕਿਹੜੀਆਂ ਤੁਸੀਂ ਦੋਨਾਂ ਨੇ ਲਿਖੀਆਂ ਕਿਤਾਬਾਂ? ਫਿਰ ਆਪ ਬਹੁਤ ਅੱਛੇ ਵਿਚਾਰ ਹੈ, ਇਟਸ ਗੁੱਡ। ਤੇ ਰਾਈਜ਼ ਕਰਨ ਦਾ ਤੁਹਾਨੂੰ ਮੌਕਾ ਮਿਲਿਆ, ਮਿਹਰਬਾਨੀ। ਮੇਰੇ ਸਤਿਕਾਰਯੋਗ ਰਹਿਬਰ ਸ਼੍ਰੀ ਐਸ ਅਸ਼ੋਕ ਭੌਰਾ ਜੀ, ਬੀਬੀ ਗੁਰਮੀਤ ਕੌਰ ਬੈਂਸ ਜੀ, ਸਰਦਾਰ ਭਗਤ ਸਿੰਘ ਆਰਟਿਸਟ, ਬੀਬੀ ਕਸ਼ਮੀਰ ਕੌਰ ਬੈਂਸ, ਬੀਬੀ ਕਮਲਾ ਦੇਵੀ, ਪੰਮੀ ਖੁਸ਼ਹਾਲਪੁਰੀ, ਤੇ ਮੇਰੇ ਅਧਿਆਪਕ ਸਾਥੀ ਹਰਵਿੰਦਰ ਸਿੰਘ, ਅਸ਼ੋਕ ਕੁਮਾਰ ਜੀ, ਤੇ ਇਹ ਜਿਹੜੇ ਬੱਚੇ ਸੁਖਮਨ ਸਿੰਘ ਜਿਹੜਾ ਸਟੇਜ ਸੰਚਾਲਨ ਕਰ ਰਿਹਾ, ਇਹ ਮਨਜਿੰਦਰ ਸਿੰਘ ਵੀਡੀਓਗ੍ਰਾਫੀ ਕਰ ਰਿਹਾ, ਇਹ ਸਾਰੇ ਕਲਾਕਾਰ ਨੇ। ਸਾਡੇ ਕੋਲ ਇਸ ਵਿਹੜੇ ਦੇ ਵਿੱਚ ਕਲਾ ਨਾਲ ਜੁੜੀਆਂ ਸਾਰੀਆਂ ਹਸਤੀਆਂ ਇਸ ਲਈ ਮੌਜੂਦ ਨੇ। ਜਿਹੜੇ ਨਵੇਂ ਬੱਚਿਆਂ ਨੇ ਮੁਕਾਬਲਾ ਕੀਤਾ ਸੀ, ਮੁਕਾਬਲੇ ਜਿੱਤ ਕੇ ਆਏ ਆ, ਉਹ ਵੀ ਹਾਜ਼ਰ ਹੋ ਗਏ ਨੇ। ਜਿਹੜੇ ਇੱਥੋਂ ਕਈ ਵਾਰੀ ਜਿੱਤੇ ਨੇ ਪਹਿਲਾਂ ਔਰ ਕਿਤਾਬਾਂ ਲਿਖ ਰਹੇ ਨੇ, ਉਹ ਮੈਂ ਚਾਹਾਂਗਾ ਤੁਹਾਨੂੰ ਬੱਚਿਆਂ ਦੇ ਦਰਸ਼ਨ ਕਰਾਵਾਂ। ਖੜੇ ਹੋਵੋ ਜੀ। ਹਰਦੀਪ, ਰਜਨੀਤ, ਸੁਖਮਨ, ਰਾਧਾ, ਇਹ ਜੀ 4 ਬੱਚਿਆਂ ਦੀਆਂ ਕਿਤਾਬਾਂ 4 ਛਪ ਗਈਆਂ ਜੀ, ਬੱਚਿਆਂ ਦੀਆਂ ਵੀ ਤੇ ਵੱਡਿਆਂ ਦੀਆਂ ਵੀ, ਕਹਾਣੀਆਂ ਦੀ ਵੀ। ਇਹਨਾਂ ਦੀ ਇੱਕ ਕਹਾਣੀਆਂ ਦੀ ਕਿਤਾਬ ਪ੍ਰੋਫੈਸਰ ਰਿਹਲ ਨੇ ਐਡਿਟ ਕੀਤੀ ਆ, ਕਮਰਾ ਨੰਬਰ 302 ਜੀ। ਹਾਂਜੀ, ਕਮਰਾ ਨੰਬਰ 302 ਤੇ ਹੋਰ ਕਹਾਣੀਆਂ। ਇਹ 2 ਬੱਚੇ ਹੋਰ ਆ ਜੀ, 6 ਦੀ ਆ ਉਹ ਕਿਤਾਬ, ਤੇ ਇਹਨੇ 3-4 ਕਿਤਾਬਾਂ ਲਿਖੀਆਂ, ਆਰਟਿਸਟ ਦਾ ਮੁੰਡਾ। ਤੇ ਇਹ ਸਾਰੇ ਬੱਚੇ ਬੜੇ ਸਾਡੇ ਇਲਾਕੇ ਦੇ ਜਿਹੜੇ ਮਤਲਬ ਸਾਡੀ ਅਗਲੀ ਵਿਰਾਸਤ ਹੈ। ਬਹੁਤ ਮਿਹਰਬਾਨੀ, ਸ਼ਾਬਾਸ਼, ਬੈਠੋ ਜੀ। ਇਹ 2 ਅਧਿਆਪਕ ਵੀ ਮੈਂ ਤੁਹਾਨੂੰ ਦਰਸ਼ਨ ਕਰਾਉਣੇ ਚਾਹਾਂਗਾ। ਖੜੇ ਹੋ ਜੀ। ਜਿਹੜੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਨੇ, ਬੱਚਿਆਂ ਨੂੰ ਇਹੋ ਜਿਹੇ ਮੁਕਾਬਲਿਆਂ ਵਿੱਚ ਤਿਆਰ ਕਰਦੇ ਨੇ, ਅਸ਼ੋਕ ਕੁਮਾਰ ਤੇ ਹਰਵਿੰਦਰ ਸਿੰਘ ਜੀ, ਸ਼ਾਬਾਸ਼, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇੱਦਾਂ ਦੇ ਮੌਸਮ ਦੇ ਵਿੱਚ ਆਏ ਆ। ਪਿਆਰੇ ਭਰੇ ਵਿਦਿਆਰਥੀ, ਉਹਨਾਂ ਦੇ ਮਾਪੇ ਜਿਹੜੇ ਆਏ ਨੇ ਇਹੋ ਜਿਹੇ ਮੌਸਮ 'ਚ, ਤੇ ਸਾਡਾ ਸਿਰ ਝੁਕਦਾ ਤੁਹਾਡੇ ਅੱਗੇ ਕਿ ਤੁਹਾਡੇ ਅੰਦਰ ਇੱਕ ਜਜ਼ਬਾ ਆ, ਇੱਕ ਹੌਸਲਾ ਆ, ਇੱਕ ਦ੍ਰਿੜਤਾ ਆ, ਇੱਕ ਨਿਸ਼ਚਾ ਆ ਕਿ ਅਸੀਂ ਇਸ ਸਮਾਜ ਲਈ, ਇਸ ਦੇਸ਼ ਲਈ, ਇਸ ਕੌਮ ਲਈ ਕੁਝ ਕਰਨਾ ਹੈ। ਕਿਉਂਕਿ ਇਸ ਦੇਸ਼ ਦੇ ਵਿੱਚ, ਇਸ ਸਮਾਜ ਦੇ ਵਿੱਚ ਸਾਰੇ ਲੋਕ ਆਪੋ ਧਾਪੀ ਦੇ ਯੁੱਗ ਵਿੱਚ ਆਪਣੇ ਲਈ ਕਰ ਰਹੇ ਨੇ। ਤੁਸੀਂ ਲੋਕ ਉਹ ਹੋ ਜਿਹੜੇ ਸਮਾਜ ਲਈ ਕਰ ਰਹੇ ਹੋ, ਹੋਰਨਾਂ ਲਈ ਕਰ ਰਹੇ ਹੋ। ਸੋ ਸਭ ਤੋਂ ਪਹਿਲਾਂ ਤੁਹਾਡੀ ਜਾਣਕਾਰੀ ਲਈ ਇਹ ਦੱਸਦੇ ਹਾਂ ਕਿ ਅੱਜ ਜੇ ਮੈਂ ਇੱਥੇ ਖੜ੍ਹਾ ਆ ਤੇ ਉਹ ਮਾਨਯੋਗ ਐਸ ਅਸ਼ੋਕ ਭੌਰਾ ਜੀ ਕਰਕੇ ਖੜ੍ਹਾ ਆ, ਕਿਉਂਕਿ ਇਹਨਾਂ ਨੇ ਮੇਰੀ ਬਚਪਨ 'ਚ ਉਂਗਲ ਫੜੀ ਸੀ। 1 ਜੂਨ 1984 ਬੜਾ ਖਤਰਨਾਕ ਦਿਨ, ਉਹ ਦਿਨ ਮੇਰੀ ਜ਼ਿੰਦਗੀ ਦਾ ਅਹਿਮ ਦਿਨ ਸੀ, ਤੇ ਜਦ ਤੋਂ ਮੈਂ ਇਹਨਾਂ ਦੀ ਸਰਪ੍ਰਸਤੀ ਹੇਠ ਅੱਜ ਜੋ ਵੀ ਪ੍ਰਾਪਤ ਕੀਤਾ, ਜੇ ਤੁਸੀਂ ਇਸ ਵਿਹੜੇ 'ਚ ਬੈਠੇ ਆ ਤੇ ਉਹ ਡਾਇਰੈਕਟਲੀ ਇਨਡਾਇਰੈਕਟਲੀ ਇਹਨਾਂ ਦੇ ਜ਼ਰੀਏ ਬੈਠੇ ਆ। ਸੋ ਅੱਜ ਜੇ 25 ਸਾਲ ਦਾ ਸਫ਼ਰ ਪੂਰਾ ਹੋਇਆ, ਸ਼੍ਰੋਮਣੀ ਸਾਹਿਤਕਾਰ ਦੀ ਗੱਲ ਹੋਈ ਆ, ਸੋ ਤੁਸੀਂ ਇੱਥੇ ਲਗਾਤਾਰ ਮੁਕਾਬਲਿਆਂ 'ਚ ਆ ਰਹੇ ਆ, ਬਦਲ ਕੇ ਆ ਰਹੇ ਆ, ਇਹ ਬੱਚੇ ਪ੍ਰਾਪਤੀਆਂ ਕਰ ਰਹੇ ਨੇ, ਇਹ ਸਾਰਾ ਇਹਨਾਂ ਨੂੰ ਸਿਰਾ ਜਾਂਦਾ। ਮਾਨਯੋਗ ਬੀਬੀ ਗੁਰਮੀਤ ਕੌਰ ਬੈਂਸ, ਯਾਨੀ ਹਰਕੇਵਲ ਸਿੰਘ ਸਲਾਨੀ, ਜਿਨ੍ਹਾਂ ਨੇ ਸਾਨੂੰ ਬੜੀਆਂ ਮਤਲਬ ਜਿੱਦਾਂ ਕਹੀਏ ਛਾਂਟਿਆ, ਇੱਕ ਮਾਲੀ ਜਿੱਦਾਂ ਜਿਹੜੀਆਂ ਸ਼ਿਖਾਵਾਂ ਗਲਤ ਹੁੰਦੀਆਂ ਨੇ ਉਹਨੂੰ ਕੱਢ ਦਿੰਦਾ, ਇਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਕਾਂਟ ਛਾਂਟ ਹੁੰਦੀ ਸੀਗੀ ਉਹ ਕਰਦੇ ਰਹੇ ਨੇ। ਉਹਨਾਂ ਦੇ ਸਾਥੀ ਸਰਦਾਰ ਭਗਤ ਸਿੰਘ ਆਰਟਿਸਟ ਬੈਠੇ ਨੇ। ਸੋ ਇਹ ਉਹ ਇਹਨਾਂ ਸੂਝਵਾਨ ਲੋਕਾਂ ਦੀ ਪ੍ਰੋਡਕਸ਼ਨ ਆ, ਪੈਦਾਵਾਰ ਆ, ਜਿਨ੍ਹਾਂ ਨੇ ਹਮੇਸ਼ਾ ਇਸ ਸਮਾਜ ਨੂੰ ਕੁਝ ਦੇਣ ਦੀ ਇੱਛਾ ਰੱਖੀ। ਸੋ ਤੁਸੀਂ ਇਸ ਲਾਈਨ 'ਤੇ ਤੁਰੇ ਹੋ, ਪਹਿਲਾਂ ਤਾਂ ਤੁਹਾਡਾ ਸਵਾਗਤ ਹੈ। ਤੇ ਨੰਬਰ 2 ਤੇ ਅੱਜ ਇੱਦਾਂ ਦਾ ਮੌਸਮ ਖਰਾਬ ਹੋਣ ਦੇ ਬਾਵਜੂਦ ਤੁਸੀਂ ਕਾਫੀ ਮੇਰੇ ਹਿਸਾਬ ਨਾਲ ਜਿਹੜੇ ਬੱਚੇ ਜਿੱਤੇ ਆ ਉਹਨਾਂ ਦੇ ਵਿੱਚੋਂ ਸਾਰੇ ਆਏ ਗਏ, ਜਿਹਨਾਂ ਦੇ ਕਾਲਜ ਲੱਗਾ ਹੈ ਜਾਂ ਜਿਹਨਾਂ ਦੀ ਕਲਾਸ ਲੱਗੀ ਆ, ਕਿਸੇ ਦਾ ਪੇਪਰ ਅੱਜ ਉਹ ਰਹਿ ਗਏ ਆ, ਬਾਕੀ ਸਾਰੇ ਮੇਰਾ ਖਿਆਲ ਆ ਗਏ ਨੇ। ਸੋ ਤੁਹਾਡਾ ਬਹੁਤ ਬਹੁਤ ਇਸ ਮੌਕੇ 'ਤੇ ਧੰਨਵਾਦ। ਗੱਲ ਪਤੇ ਦੀ ਦੱਸਣ ਲੱਗਿਆਂ ਗੌਰ ਕਰਿਓ ਸੋਹਣਿਓ ਬੱਚਿਓ, ਗੱਲ ਪਤੇ ਦੀ ਦੱਸਣ ਲੱਗਿਆਂ ਗੌਰ ਕਰਿਓ ਸੋਹਣਿਓ ਬੱਚਿਓ, ਸੁਪਨੇ 1000 ਅੱਖਾਂ 'ਚ ਭਰਿਓ, ਲਗਨ ਮਿਹਨਤ ਨਾਲ ਪੂਰੇ ਕਰਿਓ। ਹਾਰ ਜਿੱਤ ਤਾਂ ਚੱਲਦੀ ਰਹਿਣੀ, ਹਾਰ ਜਿੱਤ ਤਾਂ ਚੱਲਦੀ ਰਹਿਣੀ, ਪਿੱਛੇ ਨਾ ਕਦਮ ਹਟਾਇਓ ਬੱਚਿਓ, ਡਿੱਗ ਕੇ ਢਹਿ ਕੇ ਫਿਰ ਖੜੇ ਹੋਇਓ, ਡਿੱਗ ਕੇ ਢਹਿ ਕੇ ਫਿਰ ਖੜੇ ਹੋਇਓ, ਆਪਣੀ ਵੱਖਰੀ ਪਹਿਚਾਣ ਬਣਾਇਓ ਬੱਚਿਓ, ਆਪਣੀ ਵੱਖਰੀ ਪਹਿਚਾਣ ਬਣਾਇਓ ਬੱਚਿਓ। ਕਦਰ ਕਰਿਓ ਜੇ ਮੰਮੀ ਡੈਡੀ ਨਸੀਹਤ ਦੇਣ, ਕਦਰ ਕਰਿਓ ਜੇ ਮੰਮੀ ਡੈਡੀ ਨਸੀਹਤ ਦੇਣ, ਸਿਆਣਾ ਮੱਤ ਚੰਗੀ ਦੇਵੇ, ਉਹਨਾਂ ਦਾ ਗੁੱਸਾ ਕਦੇ ਨਾ ਕਰਿਓ ਬੱਚਿਓ। ਅੰਗਰੇਜ਼ੀ ਪੜ੍ਹਿਓ ਚਾਹੇ ਪੜ੍ਹਿਓ ਉਰਦੂ ਫਾਰਸੀ ਬੱਚਿਓ, ਅੰਗਰੇਜ਼ੀ ਪੜ੍ਹਿਓ ਚਾਹੇ ਪੜ੍ਹਿਓ ਉਰਦੂ ਫਾਰਸੀ ਬੱਚਿਓ, ਪੰਜਾਬੀ ਸਾਡੀ ਮਾਤ ਭਾਸ਼ਾ ਹੈ, ਉਹਦੇ ਐੜੇ ਨੂੰ ਨਾ ਭੁੱਲ ਜਾਇਓ ਬੱਚਿਓ। ਮੰਨਦਾ ਹਾਂ ਕਿ ਇਹ ਯੁੱਗ ਮਸ਼ੀਨੀ ਹੈ, ਮੰਨਦਾ ਹਾਂ ਕਿ ਇਹ ਯੁੱਗ ਮਸ਼ੀਨੀ ਹੈ, ਕੰਪਿਊਟਰ ਲੈਪਟਾਪ ਮੋਬਾਈਲ ਫੋਨ ਚਲਾਓ ਬੱਚਿਓ,
ਮੰਨਦਾ ਹਾਂ ਕਿ ਇਹ ਯੁੱਗ ਮਸ਼ੀਨੀ ਹੈ। ਕੰਪਿਊਟਰ, ਲੈਪਟਾਪ, ਮੋਬਾਈਲ ਫੋਨ ਚਲਾਓ ਬੱਚਿਓ, ਜ਼ਰੂਰਤ ਤੋਂ ਵੱਧ ਖਾਧਾ ਖਾਣਾ ਹਜਮ ਨਹੀਂ ਹੁੰਦਾ। ਜ਼ਰੂਰਤ ਤੋਂ ਵੱਧ ਖਾਧਾ ਖਾਣਾ ਹਜ਼ਮ ਨਹੀਂ ਹੁੰਦਾ। ਯਾਦ ਮੇਰੀ ਗੱਲ ਰੱਖਿਓ ਬੱਚਿਓ, ਇਹਨਾਂ ਮਸ਼ੀਨਾਂ ਦੇ ਆਨੰਦ ਵਿੱਚ ਪੜ੍ਹਨ, ਲਿਖਣ ਅਤੇ ਚਿੱਤਰਕਾਰੀ ਵਰਗੇ ਗੁਣਾਂ ਨੂੰ ਨਾ ਗਵਾਇਓ ਬੱਚਿਓ। ਆਉਣ ਵਾਲੇ ਪੰਜਾਬ ਦੀ ਪਹਿਚਾਣ ਤੁਸੀਂ ਹੋ। ਆਉਣ ਵਾਲੇ ਪੰਜਾਬ ਦੀ ਪਹਿਚਾਣ ਤੁਸੀਂ ਹੋ। ਸੋਚ ਸਮਝ ਕੇ ਕਦਮ ਵਧਾਇਓ ਬੱਚਿਓ। ਆਪਣੀ ਨਵੀਂ ਸੋਚ ਤੇ ਪੁਰਾਣੇ ਸੱਭਿਆਚਾਰ ਦਾ ਸੁਮੇਲ ਕਰਕੇ ਇੱਕ ਨਵਾਂ ਪੰਜਾਬ ਵਸਾਇਓ ਬੱਚਿਓ। ਇੱਕ ਨਵਾਂ ਪੰਜਾਬ ਵਸਾਇਓ ਬੱਚਿਓ।